ਸਤਨਾਮ ਵਾਹਿਗੁਰੂ ਸਾਹਿਬ ਜੀ। ਨਿਰਗੁਣਿਆਰ ਅਨਿਆ ਸੋ ਪ੍ਰਭ ਸਦਾ ਸਮਾਲ। ਜਿਨ ਕੀਆ ਤਿਸ ਚੀਤ ਰਖ, ਨਾਨਕ ਨਿਭਹੀ ਨਾਲ। ਕਬੀਰ ਮੇਰੀ ਸਿਮਰਨੀ, ਰਸਨਾ ਉਪਰ ਰਾਮ। ਆਦਿ ਜੁਗਾਦਿ ਸਗਲ ਭਗਤ, ਤਾਕੋ ਸੁਖ ਬਿਸਰਾਮ। ਕਬੀਰ ਏਕ ਕੜ੍ਹੀ ਆਦਿ ਕਰੀ, ਆਦਿ ਹੂੰ ਤੇ ਹਾਦ। ਭਗਤਨ ਸੇਤੀ ਗੋਸ਼ਟੇ, ਜੋ ਕੀਨੇ ਸੋ ਲਾਭ। ਕਬੀਰ ਪ੍ਰਭਾਤੇ ਤਾਰੇ ਖਿਸਹੇ, ਤਿਉ ਖਿਸੈ ਸਰੀਰ। ਇਹ ਦੋਏ ਅੱਖਰ ਨਾ ਕਿਸੇ, ਸੋ ਗਹਿ ਰਹਿਓ ਕਬੀਰ। ਕਬੀਰ ਪਾਨੀ ਹੁਆ ਤਾ ਕਿਆ ਪਿਆ, ਸੀਰਾ ਤਾਤਾ ਹੋਏ। ਹਰ ਜਨ ਐਸਾ ਚਾਹੀਐ, ਜੈਸਾ ਹਰ ਹੀ ਹੋਏ। ਬੇਸੁਮਾਰ ਅਥਾਹ ਅਗਨਤ ਤੋਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੁਨ ਸਖੀ ਪੀਅ ਮਹਿ ਜੀਉ ਬਸੈ, ਜੀਅ ਮਹਿ ਬਸੈ ਕਿ ਪੀਓ। ਜੀਉ ਪੀਉ ਬੂਝੋ ਨਹੀਂ, ਘਟ ਮਹਿ ਜੀਉ ਕਿ ਪੀਓ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਅਰਜ ਉਰਜ ਕੈ ਪਚਿ ਮੁਆ, ਚਾਰੋ ਬੇਦਹੁ ਮਾਹੀ। ਹਰ ਹੈ ਖਾਨ ਰੇਤ ਮਹਿ ਬਿਖਰੀ, ਹਾਥੀ ਚੁਨੀ ਨ ਜਾਏ। ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕੈ ਖਾਈ। ਕਬੀਰ ਜੋ ਤੁਹਿ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ।
ਕਰੁਣਾ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ। ਤਿਨਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤਸੰਗਤ ਰੂਪ ਵਿੱਚ ਜੁੜਨ ਦਾ ਅਮੋਲਕ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਸੰਗਤ ਦੀ ਇਸ ਸਾਧਨਾ ਦੁਆਰਾ ਸ਼ਬਦ ਦੇ ਅਭਿਆਸ ਨਾਲ, ਸ਼ਬਦ ਦੇ ਕੀਰਤਨ ਨਾਲ, ਸ਼ਬਦ ਦੀ ਗਿਆਨਮਈ ਪ੍ਰਕਾਸ਼ ਸਰੂਪ ਵਿਚਾਰ ਦੇ ਨਾਲ ਜੁੜਦਿਆਂ ਆਪਣੇ ਮਨੁੱਖਾ ਜਨਮ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ ਜੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਸ਼ਲੋਕਾਂ ਦੀ ਲੜੀਵਾਰ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨ ਸਖੀ ਪੀਅ ਮਹਿ ਜੀਉ ਬਸੈ, ਜੀ ਮਹਿ ਬਸੈ ਕਿ ਪੀਓ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜੋ ਮਨੁੱਖ ਧਰਮ ਦੇ ਮਾਰਗ 'ਤੇ ਚੱਲਦਿਆਂ ਪੂਰੀ ਪਵਿੱਤਰਤਾ ਨਹੀਂ ਧਾਰਨ ਕਰਦੇ, ਇੱਕ ਤਰਫ ਧਰਮ ਦੇ ਪਵਿੱਤਰ ਮਾਰਗ 'ਤੇ ਚੱਲਣਾ ਹੈ, ਦੂਜੇ ਪਾਸੇ ਜੀਵਨ ਦੇ ਵਿੱਚ ਜ਼ੁਬਾਨ ਦੇ ਨਿਮਨ ਕਿਸਮ ਦੇ ਰਸਕਸ ਵੀ ਚੱਲਦੇ ਨੇ, ਫਿਰ ਐਸੇ ਮਨੁੱਖਾਂ ਦਾ ਸਾਰਾ ਧਰਮ ਦਾ ਕੀਤਾ ਹੋਇਆ ਪਵਿੱਤਰ ਕਰਮ ਵਿਅਰਥ ਚਲਿਆ ਜਾਂਦਾ ਹੈ। ਅਗਲੇ ਸ਼ਲੋਕਾਂ ਵਿੱਚ ਬਖਸ਼ਿਸ਼ ਕੀਤੀ ਸੀ ਕਿ ਜੋ ਪ੍ਰਭੂ ਹਿਰਦੇ ਦੇ ਵਿੱਚ ਵਿਆਪਕ ਹੈ, ਮੌਜੂਦ ਹੈ, ਉਸ ਨੂੰ ਬਾਹਰ ਦੇਖਣ ਦੀ ਲੋੜ ਨਹੀਂ। ਪਰ ਨਾਲ ਹੀ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਨੀਚੇ ਲੋਇਨ ਕਿਉਂ ਕਰਨੇ, ਕਿਉਂਕਿ ਪ੍ਰਭੂ ਹਰ ਇੱਕ ਕਿਰਿਆ ਦੇ ਵਿੱਚ ਸਮਾਇਆ ਹੋਇਆ ਹੈ। ਸਾਰੀ ਸ੍ਰਿਸ਼ਟ ਨੂੰ ਬੜੀ ਗਹੁ ਦੇ ਨਾਲ ਨਿਹਾਰ ਕੇ ਪ੍ਰਭੂ ਦੇ ਸੂਖਮ ਤੋਂ ਸੂਖਮ ਰੂਪ ਨੂੰ ਬੁੱਝੋ, ਤਾਂ ਕਿ ਸਾਨੂੰ ਹਰ ਵੇਲੇ ਪ੍ਰਭੂ ਦੇ ਅਚਰਜ ਰੂਪਾਂ ਦੀ ਸੋਝੀ ਹੋ ਕੇ ਉਹਦੇ ਹੁਕਮ ਦੇ ਸਹਿਤ ਆਪਣੇ ਜੀਵਨ ਦੀ ਘਾੜਤ ਘੜਨੀ ਆ ਜਾਵੇ। ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਸੁਨ ਸਖੀ ਪੀਅ ਮਹਿ ਜੀਉ ਬਸੈ, ਜੀ ਮਹਿ ਬਸੈ ਕਿ ਪੀਓ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਪਹਿਲੇ ਸ਼ਲੋਕਾਂ ਦੇ ਨਾਲ ਹੀ ਇਹ ਸ਼ਲੋਕ ਸੰਬੰਧਿਤ ਹੈ ਕਿ ਜੀਵਨ ਜਦੋਂ ਜਿਹੜੇ ਰੱਬੀ ਮਾਰਗ 'ਤੇ ਚੱਲਦੇ ਹਨ, ਪ੍ਰਭੂ ਭਗਤੀ ਦੇ ਮਾਰਗ 'ਤੇ ਚੱਲਦੇ ਹਨ, ਜਿਨ੍ਹਾਂ ਦੇ ਹਿਰਦੇ ਵਿੱਚ ਸਿਮਰਨਮਈ ਅਭਿਆਸ ਨਿਰੰਤਰ ਬਣਨ ਲੱਗ ਪੈਂਦਾ ਹੈ ਅਤੇ ਗਿਆਨ ਦੇ ਪ੍ਰਕਾਸ਼ ਨਾਲ ਜਿਨ੍ਹਾਂ ਦੀ ਬੁੱਧ ਉਜਲੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਹਨਾਂ ਦੇ ਜੀਵਨ ਦੇ ਇਹ ਅਨੁਭਵ ਨੇ। ਪਹਿਲੀ ਦਫਾ ਲੱਗਦਾ ਕਿ ਦੂਜੀ ਤਰਫ ਨਹੀਂ ਦੇਖਣਾ ਚਾਹੀਦਾ, ਭਟਕਣ ਹੁੰਦੀ ਹੈ। ਦੂਜੀ ਤਰਫ ਦੇਖਾਂਗੇ ਮਨ 'ਚੋਂ ਪ੍ਰਭੂ ਦੀ ਯਾਦ ਵਿਸਰਦੀ ਹੈ। ਇਸ ਤਰ੍ਹਾਂ ਦਾ ਅਨੁਭਵ ਜਿਹੜਾ ਧਰਮ ਦਾ ਆਰੰਭਕ ਸਾਧਕ ਹੁੰਦਾ, ਉਹਦੇ ਅੰਦਰ ਇਸ ਤਰ੍ਹਾਂ ਚੱਲਦਾ ਹੈ। ਪਰ ਉਹ ਥੋੜ੍ਹੇ ਸਮੇਂ ਬਾਅਦ ਫਿਰ ਇਸ ਗੱਲ 'ਤੇ ਵੀ ਪਹੁੰਚਦਾ ਹੈ ਕਿ ਜਦੋਂ ਇਹ ਨੇਤਰ ਪ੍ਰਕਾਸ਼ ਮਿਲਿਆ ਹੋਇਆ ਹੈ ਅਤੇ ਸਾਰੀ ਸ੍ਰਿਸ਼ਟ ਨੂੰ ਨਿਹਾਰਨ ਮਿਲਿਆ, ਨਾਲੇ ਹਿਰਦੇ ਅੰਦਰ ਤਾਂ ਉਹਦਾ ਸੱਤ ਸਰੂਪ ਸਮਝ ਆਉਂਦਾ ਹੈ। ਉਹਦੇ ਸੱਤ ਸਰੂਪ ਦਾ ਬਾਹਰ ਜਗਤ 'ਚ ਕਿੱਡਾ ਵੱਡਾ ਪਸਾਰਾ ਹੈ, ਇਹ ਤਾਂ ਦੇਖਿਆ ਹੀ ਬਣੇਗਾ। ਇਸ ਕਰਕੇ ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸ੍ਰਿਸ਼ਟੀ ਕੁਦਰਤ ਬਾਰੇ ਕਿੱਡਾ ਵੱਡਾ ਵਾਕ ਕਿਹਾ ਹੈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਕਿ ਜਦੋਂ ਕੁਦਰਤ ਦੇ ਵਿੱਚ ਮਾਲਕ ਦੇ ਵਿਆਪਕ ਜ਼ਹੂਰ ਨੂੰ ਜ਼ਾਹਰਾ ਜ਼ਹੂਰ ਕਰਕੇ ਦੇਖਿਆ ਤਾਂ ਸਮਝ ਲੱਗੀ ਕਿ ਵਾਕਿਆ ਹੀ ਉਹ ਅਸਗਾਹ ਹੈ, ਉਹ ਅਪਹੁੰਚ ਹੈ, ਉਹ ਅਗਮ ਅਗੋਚਰ ਹੈ। ਉਦਾਹਰਨ ਦੇ ਤਲ 'ਤੇ ਜਿਤਨਾ ਜੀਵਨ ਅਸੀਂ ਆਪਣੀਆਂ ਅੱਖਾਂ ਦੇ ਨਾਲ ਬਾਹਰੀ ਬ੍ਰਹਿਮੰਡ ਦੇ ਵਿੱਚ ਦੇਖਦੇ ਹਾਂ ਕੁਦਰਤ ਦੇ ਤੌਰ 'ਤੇ, ਇਹਦੇ ਵਿੱਚ ਕਿਤਨਾ ਜ਼ਿਆਦਾ ਵਿਸ਼ਾਲ ਮਾਲਕ ਦੀ ਰਚਨਾ ਦਾ ਪਸਾਰ ਹੈ, ਚਾਹੇ ਰੰਗਾਂ ਦਾ ਹੋਵੇ, ਚਾਹੇ ਆਕਾਰਾਂ ਦਾ ਹੋਵੇ, ਜਾਂ ਜਿਹੜੀਆਂ ਨਾਨਾ ਪ੍ਰਕਾਰ ਦੀਆਂ ਕਿਰਿਆਵਾਂ ਹੋ ਰਹੀਆਂ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇਸੇ ਅਨੁਭਵ ਦੇ ਅੰਤਰਗਤ ਸਿਖਰਲੀ ਅਵਸਥਾ ਦਾ ਬਿਆਨ ਕਰਦੇ ਹਨ ਕਿ ਹੁਣ ਕਿਸੇ ਪ੍ਰਭੂ ਦੇ ਪਿਆਰੇ ਨੂੰ ਪੁੱਛਿਆ
ਕਿ ਤੂੰ ਪਰਮੇਸ਼ਰ ਵਿੱਚ ਵਸ ਰਿਹਾ ਕਿ ਪਰਮੇਸ਼ਰ ਤੇਰੇ ਵਿੱਚ ਵਸ ਰਿਹਾ। ਸ਼ਲੋਕ ਦਾ ਜ਼ਿਕਰ ਹੈ, ਸੁਨ ਸਖੀ ਪੀਅ ਮਹਿ। ਪੀਅ ਦਾ ਮਤਲਬ ਭਾਵ ਪਿਆਰਾ ਪ੍ਰੀਤਮ ਅਕਾਲ ਪੁਰਖ। ਪੀਅ ਮਹਿ ਜੀਉ ਬਸੈ, ਤੁਹਾਡੀ ਜਿੰਦ ਉਹਦੇ ਵਿੱਚ ਵਸਦੀ ਹੈ ਕਿ ਜਾਂ ਜੀਅ ਮਹਿ ਬਸੈ ਬੀਉ, ਤੇ ਤੁਹਾਡੀ ਜਿੰਦ ਦੇ ਵਿੱਚ ਉਹ ਮਾਲਕ ਵਸਦਾ। ਇਸ ਗੱਲ ਦਾ ਭੇਦ ਦੱਸੋ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੀਓ ਪੀਓ ਬੂਝੋ ਨਹੀਂ, ਘਟ ਮੈਂ ਜੀਓ ਕਿ ਪੀਓ। ਕਹਿੰਦੇ ਹੁਣ ਤਾਂ ਉਹਦੇ ਨਾਲ ਇਤਨੀ ਅਭੇਦਤਾ ਦੀ ਅਵਸਥਾ ਹੋ ਗਈ ਹੈ, ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਪਿਰ ਦੇ ਵਿੱਚ ਵਸ ਰਹੇ ਹਾਂ ਜਾਂ ਪਿਰ ਸਾਡੇ ਵਿੱਚ ਵਸ ਰਿਹਾ ਹੈ। ਭਾਵ ਕਿ ਇੱਥੇ ਭਿੰਨਤਾ ਦਾ ਜਾਂ ਭੇਦ ਕਰਨ ਦੀ ਕੋਈ ਸਥਿਤੀ ਬਾਕੀ ਬਚੀ ਨਹੀਂ ਹੈ। ਇਸ ਤਰ੍ਹਾਂ ਬਖਸ਼ਿਸ਼ ਕਰਦੇ ਹੁਣ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਸਾਨੂੰ ਜੀਵਨ ਦੇ ਵਿੱਚ ਕਿਵੇਂ ਸਮਝ ਆਵੇ ਕਿ ਅਸੀਂ ਅਕਾਲ ਪੁਰਖ ਦੇ ਨਾਲ, ਜੋ ਪਰਮ ਹਸਤੀ, ਉਹਦੇ ਨਾਲ ਅਭੇਦ ਹੋ ਗਏ ਹਾਂ। ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਪੀਅ ਮਹਿ ਜੀਉ ਬਸੈ ਕਿ ਪੀਉ। ਜਦੋਂ ਮਨੁੱਖ ਦਾ ਜਨਮ ਹੁੰਦਾ ਹੈ, ਉਹਨੂੰ ਕਿਸੇ ਤਰ੍ਹਾਂ ਦਾ ਤਸੱਵਰ ਨਹੀਂ ਪਤਾ ਹੁੰਦਾ। ਉਹਨੂੰ ਨਹੀਂ ਪਤਾ ਮੇਰਾ ਨਾਮ, ਰੂਪ, ਰੰਗ, ਜਾਤ ਕੀ ਹੈ। ਪਰ ਪਰਿਵਾਰ, ਸਮਾਜ ਉਹਦੀ ਪਰਵਰਿਸ਼ ਕਰਦਾ ਹੈ, ਉਹਨੂੰ ਆਪਣੇ ਸਮਾਜਿਕ ਨੁਕਤੇ ਤੋਂ ਨਾਮ ਵੀ ਦਿੰਦਾ ਹੈ, ਉਹਨੂੰ ਪਛਾਣ ਵੀ ਦਿੰਦਾ, ਸਾਰਾ ਕੁਝ ਦਿੰਦਾ। ਫਿਰ ਮਨੁੱਖ ਬੜੀ ਜ਼ਿੰਦਗੀ ਉਸ ਨੂੰ ਹੰਢਾਉਂਦਾ ਵੀ ਰਹਿੰਦਾ ਹੈ। ਪਰ ਜਦੋਂ ਕਦੇ ਉਹਨੂੰ ਆਪਣੀ ਪਛਾਣ, ਆਪਣਾ ਨਾਮ, ਆਪਣੀਆਂ ਹੋਰ ਜੀਵਨ ਦੀਆਂ ਜਿਤਨੇ ਵੀ ਆਧਾਰ ਫਿੱਕੇ, ਅਧੂਰੇ ਜਾਂ ਮੱਧਮ ਪੈਣ ਲੱਗਦੇ ਨੇ, ਫਿਰ ਉਹਦੇ ਅੰਦਰ ਪ੍ਰਸ਼ਨ ਜਾਗਦਾ ਹੈ ਕਿ ਮੇਰਾ ਅਸਲ ਨਾਮ, ਮੇਰੀ ਅਸਲ ਪਛਾਣ, ਮੇਰਾ ਅਸਲ ਰੂਪ ਕੀ ਹੈ। ਜਦੋਂ ਇਸ ਤਰ੍ਹਾਂ ਦੇ ਪ੍ਰਸ਼ਨ ਜਾਗਦੇ ਨੇ, ਫਿਰ ਉਹ ਅਧਿਆਤਮਿਕ ਦੀ ਤਰਫ ਆਉਂਦਾ ਹੈ। ਉਦਾਹਰਨ ਦੇ ਤੌਰ 'ਤੇ ਇਸ ਕਰਕੇ ਜਦੋਂ ਅਧਿਆਤਮ ਦੀ ਤਰਫ ਆਉਂਦਾ ਹੈ ਤਾਂ ਅਧਿਆਤਮ ਦੀ ਤਰਫ ਆ ਕੇ ਉਹ ਆਪਣੇ ਅਸਲ ਸਰੂਪ ਨੂੰ ਬੁੱਝਣਾ ਚਾਹੁੰਦਾ ਹੈ। ਉਹਨੂੰ ਪਤਾ ਹੈ ਮੇਰਾ ਅੱਜ ਰੂਪ ਜਿਹਦੀ ਜਗਤ ਵਿੱਚ ਚਰਚਾ ਹੁੰਦੀ ਹੈ, ਇਹ ਤਾਂ ਥਿਰ ਰਿਹਾ ਹੀ ਨਹੀਂ। ਬਚਪਨ 'ਚ ਮੇਰਾ ਰੂਪ ਕੁਝ ਹੋਰ ਤਰ੍ਹਾਂ ਸੀ, ਜੋਬਨ 'ਚ ਹੋਰ ਹੈ, ਬ੍ਰਿਧ ਹੋਰ ਹੈ, ਅਤੇ ਵੱਡੀ ਗੱਲ ਅੱਗੇ ਜਾ ਕੇ ਬਿਲਕੁਲ ਹੀ ਮਿਟ ਜਾਏਗਾ। ਫਿਰ ਮੇਰਾ ਅਸਲ ਰੂਪ ਕੀ ਹੈ? ਨਾਮ ਸਮਾਜ ਨੇ ਦਿੱਤਾ ਹੈ, ਇਹ ਨਾਮ ਸਰੀਰ ਦੇ ਖਤਮ ਹੋਣ ਦੇ ਨਾਲ ਹੀ ਖਤਮ ਹੋ ਜਾਏਗਾ। ਪਰ ਕਿਹਾ ਜਾਂਦਾ ਕਿ ਸਾਡੀ ਜੋਤ ਤਾਂ ਪ੍ਰਭੂ ਤੋਂ ਪੈਦਾ ਹੋਈ ਹੈ। ਇਹ ਸਰੀਰ ਦਾ ਆਕਾਰ ਘੜਿਆ ਗਿਆ ਤਾਂ ਬਿਨਸ ਜਾਏਗਾ, ਫਿਰ ਅਸਲ ਸਾਡਾ ਆਕਾਰ ਕੀ ਹੈ? ਜਦੋਂ ਇਸ ਤਰ੍ਹਾਂ ਦੇ ਪ੍ਰਸ਼ਨ ਪੈਦਾ ਹੁੰਦੇ ਹਨ ਅਧਿਆਤਮਿਕ ਸਾਧਨਾ ਵਿੱਚ ਚੱਲਦਿਆਂ, ਫਿਰ ਮਨੁੱਖ ਆਪਣੇ ਅਸਲ ਦੀ ਤਲਾਸ਼ ਕਰਦਾ। ਇਹਨੂੰ ਅਸਲ ਦੀ ਤਲਾਸ਼ ਕਰਨਾ ਹੀ ਅਧਿਆਤਮਿਕਤਾ ਹੈ। ਫਿਰ ਇਹਦੇ ਵਿੱਚ ਉਹਦੇ ਕੋਲੋਂ ਸਭ ਤੋਂ ਪਹਿਲਾ ਢੰਗ ਆਉਂਦਾ ਹੈ ਸਿਮਰਨ ਦਾ। ਸਿਮਰਨ ਦੇ ਢੰਗ ਨਾਲ ਉਹ ਆਪਣੀ ਇੱਕ ਜਪ ਸਾਧਨਾ ਦੁਆਰਾ ਜਿਸ ਮੂਲ ਤੋਂ ਪੈਦਾ ਹੋਇਆ ਹੈ ਉਹਨੂੰ ਯਾਦ ਕਰਦਾ ਹੈ। ਯਾਦ ਕਰਨ ਦੇ ਨਾਲ ਜਿਹੜੀ ਜੀਵਨ ਦੀ ਪ੍ਰਤੀਤ ਉਹਨੇ ਬਾਹਰ ਮੁਖੀ ਭਰਮ ਕੇ ਵਸਾਰ ਦਿੱਤੀ ਹੁੰਦੀ ਹੈ, ਮਤਲਬ ਆਪਣੇ ਆਪ ਦੇ ਮੂਲ ਨੂੰ ਭੁੱਲ ਹੀ ਗਿਆ ਹੁੰਦਾ ਹੈ, ਬਾਹਰੀ ਜਗਤ ਵਿੱਚ ਭਰਮ ਕੇ ਸਿਮਰਨ ਦੀ ਸਾਧਨਾ ਫਿਰ ਉਹਨੂੰ ਉਹਦੇ ਮੂਲ ਦੇ ਕੇਂਦਰ ਦੇ ਨੇੜੇ ਲਿਆਉਣਾ ਸ਼ੁਰੂ ਕਰ ਦਿੰਦੀ ਹੈ। ਪਹਿਲਾਂ ਸਿਮਰਨ ਦੇ ਅਨੁਭਵ ਦੇ ਨਾਲ ਉਹਦੇ ਮਨ ਦੀ ਹੰਗਤਾ ਦੂਰ ਹੁੰਦੀ ਹੈ। ਮਨ ਦੀ ਹੰਗਤਾ ਦਾ ਦੂਰ ਹੋਣ ਦਾ ਭਾਵ ਕਿ ਸਾਨੂੰ ਇਉਂ ਲੱਗਦਾ ਹੈ ਕਿ ਸਾਡਾ ਜੀਵਨ ਸਰੀਰ ਕਰਕੇ ਹੈ, ਜਾਂ ਸਾਡਾ ਜੀਵਨ ਸਮਾਜ ਕਰਕੇ ਹੈ, ਜਾਂ ਸਾਡਾ ਜੀਵਨ ਪਦਾਰਥਾਂ ਦੇ ਆਧਾਰ ਕਰਕੇ ਹੈ। ਪਰ ਜਦੋਂ ਉਹਦੇ ਅੰਦਰ ਸਿਮਰਨ ਦਾ ਪ੍ਰਕਾਸ਼ ਹੁੰਦਾ ਹੈ ਅਤੇ ਉਹਨੂੰ ਸਮਝ ਆਉਂਦੀ ਹੈ ਕਿ ਇੱਕ ਅਦ੍ਰਿਸ਼ ਸ਼ਕਤੀ ਇਸ ਸਰੀਰ ਅੰਦਰ ਵਿਚਰ ਰਹੀ ਹੈ ਅਤੇ ਉਹ ਮਾਲਕ ਦਾ ਜੋਤ ਸਰੂਪ ਹੈ। ਫਿਰ ਇਸ ਨੂੰ ਅਭਿਆਸ ਦੇ ਨਾਲ ਉਹ ਬੜਾ ਦ੍ਰਿੜਤਾ ਸਹਿਤ ਚੱਲ ਜਾਂਦਾ ਹੈ। ਫਿਰ ਚਲਦਿਆਂ ਚਲਦਿਆਂ ਭਗਤੀ ਕਰਮ ਉਹਦੇ ਅੰਦਰ ਬੜਾ ਪਵਿੱਤਰ ਆਚਰਣ ਬਣਾ ਦਿੰਦੇ ਹਨ ਅਤੇ ਉਹਨੂੰ ਹਰ ਵੇਲੇ ਆਪਣਾ ਆਪ, ਇਸ ਕਰਕੇ ਸਿਮਰਨ ਦੇ ਵਿੱਚ ਅਵਸਥਾ ਵਾਪਰਦੀਆਂ ਨੇ। ਇੱਕ ਇਸ ਨੂੰ ਭਾਰਤੀ ਸ਼ਾਸਤਰ ਪਰੰਪਰਾ ਨੇ 4 ਨੁਕਤਿਆਂ ਨਾਲ ਕਿਹਾ ਹੈ: ਸਲੋਕਿਆ, ਸਮੀਪਿਆ, ਸਜੁਜਿਆ ਅਤੇ ਸਰੂਪਿਆ। ਸਲੋਕਿਆ ਦਾ ਭਾਵ ਸਰਲ ਭਾਸ਼ਾ 'ਚ ਕਹਿ ਦੇਵਾਂ, ਜਦੋਂ ਅਸੀਂ ਕਿਸੇ ਦੇ ਨਾਲ ਨੇੜਤਾ ਪ੍ਰਗਟਾਉਣੀ ਹੈ, ਜਿਵੇਂ ਅਕਾਲ ਪੁਰਖ ਤੋਂ ਉਪਜੇ ਹਾਂ ਪਰ ਅਜੇ ਸਾਡਾ ਉਹਦੇ ਨਾਲ ਸੰਬੰਧ ਨਹੀਂ ਬਣਿਆ, ਉਹਦੇ ਨਾਲ ਪਹਿਲਾ ਨਾਤਾ ਘੜਨ ਦੇ ਲਈ ਉਹਦੀ ਸਿਫਤ ਸਲਾਹ ਦੇ ਰੂਪ ਵਿੱਚ ਉਹਦੇ ਗੁਣਾਂ ਦਾ ਉਚਾਰਨ ਕਰਨਾ ਜ਼ਰੂਰੀ ਹੈ। ਜਦੋਂ ਇਸ ਤਰ੍ਹਾਂ ਉਚਾਰਨ ਕਰਦੇ ਹਾਂ ਅਤੇ ਹੌਲੀ ਹੌਲੀ ਉਹ ਸਿਫਤ ਸਲਾਹ ਸਾਡੇ ਅੰਦਰ ਢਲ ਜਾਂਦੀ, ਉਹਦੇ ਗੁਣ ਆਉਣੇ ਸ਼ੁਰੂ ਹੋ ਜਾਂਦੇ ਨੇ ਸਾਡੇ ਅੰਦਰ। ਉਦੋਂ ਸਾਡੀ ਇਹ ਪਹਿਲੀ ਅਵਸਥਾ ਬਣਦੀ ਹੈ ਪ੍ਰਭੂ ਦੇ ਨੇੜੇ ਆਉਣ ਦੀ। ਅੱਗੇ ਆਉਂਦਾ ਸਮੀਪਿਆ। ਜਦੋਂ ਸਿਮਰਨ ਅਭਿਆਸ ਕਰਦਿਆਂ ਕਰਦਿਆਂ ਬੰਦੇ ਨੂੰ ਹਰ ਵਕਤ ਇਉਂ ਲੱਗਣ ਲੱਗ ਪਵੇ ਕਿ ਇਹ ਮੇਰੇ ਕੋਲੋਂ ਹੋ ਰਿਹਾ, ਮੈਂ ਕਰ ਨਹੀਂ ਰਿਹਾ, ਔਰ ਇਹ ਭਾਵ ਬੜਾ ਗਹਿਰਾ ਚਲਿਆ ਜਾਵੇ,
ਫਿਰ ਉਹਦਾ ਜੀਵਨ ਪੂਰਾ ਦਾ ਪੂਰਾ ਸਮਰਪਣ 'ਚ ਢਲ ਜਾਂਦਾ। ਉਹਨੂੰ ਲੱਗਦਾ ਨਹੀਂ ਮੈਂ ਕੁਝ ਕਰ ਰਿਹਾ, ਉਹਨੂੰ ਲੱਗਦਾ ਹੈ ਕਿ ਇਸ ਆਕਾਰ ਦੇ ਵਿੱਚ ਮਾਲਕ ਨੇ ਇੱਕ ਸ਼ਕਤ ਪਾਈ ਹੈ ਅਤੇ ਉਹ ਸ਼ਕਤ ਆਪਣੇ ਕੰਮ ਆਪਣੇ ਆਪ ਕਰ ਰਹੀ ਹੈ, ਮੈਂ ਕੁਝ ਵੀ ਨਹੀਂ ਹਾਂ। ਉਹ ਆਪਣੇ ਆਪ ਨੂੰ ਬਿਲਕੁਲ ਜਿਹੜੀ ਹਉਮੈ ਵਾਲੀ ਹੰਗਤਾ ਹੈ ਉਹਨੂੰ ਬਾਹਰ ਕਰ ਲੈਂਦਾ ਅਤੇ ਇਹਨੂੰ ਕਹਿੰਦੇ ਸਮੀਪ ਪ੍ਰਭੂ ਦੇ ਨੇੜੇ ਹੋਣਾ। ਇਸ ਕਰਕੇ ਗੁਰਬਾਣੀ 'ਚ ਹੁੰਦਾ ਨਾ, ਆਠ ਪਹਿਰ ਪ੍ਰਭ ਜਨ ਹਨੇਰੇ, ਕਿ ਇਹ ਦੂਜੇ ਸਰੂਪ ਦੀ ਅਵਸਥਾ ਹੈ। ਤੀਜੀ ਹੈ ਸਾਜੁਜਯ। ਸਾਜੁਜਯ ਦਾ ਭਾਵ ਕਿ ਬਿਲਕੁਲ ਕੋਈ ਭੇਦਤਾ ਨਹੀਂ ਰਹੀ, ਪਰ ਅਜੇ ਇੱਕ ਡਾਊਟ ਹੈ। ਉਦਾਹਰਨ ਦੇ ਤੌਰ 'ਤੇ ਬੂੰਦ ਸਾਗਰ ਦਾ ਹੀ ਰੂਪ ਹੈ, ਪਰ ਬੂੰਦ ਦੀ ਹੋਂਦ ਅਜੇ ਸਾਗਰ ਤੋਂ ਵੱਖਰੀ ਹੈ। ਜੀਵ ਮਨੁੱਖ ਅਕਾਲ ਪੁਰਖ ਦਾ ਹੀ ਰੂਪ ਸਰੂਪ ਹਨ, ਪਰ ਅਜੇ ਇਹਨਾਂ ਦੀ ਹਉਮੈ ਸੂਖਮ ਕਿਸਮ ਦੀ ਬਚੀ ਹੈ ਅਤੇ ਇਹਨਾਂ ਨੂੰ ਲੱਗਦਾ ਸੀ ਪ੍ਰਭੂ ਤੋਂ ਭਿੰਨ ਹਾਂ, ਜੀਵਨ ਦੇ ਕਿਸੇ ਇੱਕ ਅੱਧ ਪੱਖ ਤੋਂ। ਤਾਂ ਇਸ ਅਵਸਥਾ ਦੇ ਵਿੱਚ ਜਾ ਕੇ ਹੁੰਦੀ ਅਭੇਦਤਾ ਹੀ ਹੈ, ਪਰ ਉਹ ਅਭੇਦਤਾ ਸਪਸ਼ਟ ਨਹੀਂ ਹੁੰਦੀ। ਇਸ ਕਰਕੇ ਬਾਣੀ ਵਿੱਚ ਵਾਕ ਹਨ ਸਤਿਗੁਰੂ ਸਾਹਿਬ ਜੀ ਦੇ, ਸਾਗਰ ਮਹਿ ਬੂੰਦ, ਬੂੰਦ ਮੈਂ ਸਾਗਰ, ਕਵਣ ਬੁੱਝੈ ਬਿਦ ਜਾਣੈ। ਹੁਣ ਉਦਾਹਰਨ ਦੇ ਤੌਰ 'ਤੇ ਬੂੰਦ ਨੂੰ ਕਦੋਂ ਪਤਾ ਲੱਗਦਾ ਮੈਂ ਸਾਗਰ ਹਾਂ? ਜਦੋਂ ਸਾਗਰ ਦੇ ਵਿੱਚ ਮਰਜ ਹੋਣ ਲੱਗਦੀ ਹੈ। ਹੁਣ ਉਂਝ ਬੂੰਦ ਇਕੱਲੀ ਹੈ ਪਾਣੀ ਦੀ, ਪਰ ਉਹਨੂੰ ਉਂਝ ਇਕੱਲੀ ਸੀ, ਛੋਟਾਪਣ ਲੱਗਦਾ ਸੀ, ਪਰ ਜਦੋਂ ਉਹ ਸਾਗਰ ਦੇ ਵਿੱਚ ਮਰਜ ਹੋਣ ਲੱਗੀ ਫਿਰ ਉਹਨੂੰ ਪਤਾ ਕਿ ਹੁਣ ਮੈਂ ਸਾਗਰ ਹੋ ਜਾਣਾ ਹੈ। ਇੰਝ ਹੀ ਜਦੋਂ ਜੀਵ ਭਗਤੀ ਸਰੂਪ ਦਾ ਅਭਿਆਸ ਕਰਕੇ ਆਪਣੇ ਮਨ ਦੀ ਛਿੱਲ ਤੋਂ, ਆਪਣੀ ਸੰਸਾਰਿਕ ਬੰਧਨਾਂ ਤੋਂ ਸਭ ਪ੍ਰਕਾਰ ਨਾਲ ਮੁਕਤੀ ਪਾ ਲੈਂਦਾ ਹੈ ਅਤੇ ਉਹਦਾ ਅੰਦਰਲਾ ਸਰੂਪ ਜ਼ਿਆਦਾ ਵੱਡਾ ਹੋ ਜਾਂਦਾ ਹੈ ਆਤਮਾ ਵਾਲਾ, ਅਤੇ ਫਿਰ ਉਹਨੂੰ ਉਹ ਪਰਮਾਤਮਾ ਦੇ ਨਾਲ ਵੀ ਜੁੜਿਆ ਜਾਣਦਾ ਹੈ। ਤਾਂ ਫਿਰ ਉਹਦੇ ਜੀਵਨ 'ਚ ਅਵਸਥਾ ਹੁੰਦੀ ਹੈ ਸਰੂਪ, ਭਾਵ ਕਿ ਉਹਦਾ ਹੀ ਰੂਪ ਹੋ ਗਏ ਆ, ਉਹਦਾ ਹੀ ਸਰੂਪ ਹੋ ਗਏ ਆ, ਉਹਦੇ ਅਨੁਸਾਰ ਹੀ ਹੋ ਗਏ, ਕੋਈ ਭਿੰਨ ਭੇਦ ਨਹੀਂ ਹੈ। ਭਗਤ ਕਬੀਰ ਰਵਿਦਾਸ ਸਾਹਿਬ ਜੀ ਆਖਦੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੁਣ ਉਦਾਹਰਨ ਦੇ ਤੌਰ 'ਤੇ ਇਹ ਸਾਨੂੰ ਮਤਲਬ ਇੱਕ ਤਰ੍ਹਾਂ ਦਾ ਸ਼ੰਕਾ ਪਿਆ ਹੋਇਆ ਹੈ ਕਿ ਅਸੀਂ ਪ੍ਰਭੂ ਤੋਂ ਭਿੰਨ ਹਾਂ। ਭਿੰਨ ਇਸ ਕਰਕੇ ਹਾਂ ਕਿ ਅਸੀਂ ਆਪਣੇ ਅੰਦਰ ਜੋ ਪ੍ਰਭੂ ਦਾ ਸੱਤ ਸਰੂਪ ਹੈ ਉਹਨੂੰ ਨਹੀਂ ਪਛਾਣ ਰਹੇ। ਸਾਨੂੰ ਆਪਣੇ ਮਨ ਬਾਰੇ ਗਿਆਨ ਹੈ, ਆਪਣੀ ਬੁੱਧੀ ਬਾਰੇ ਪੂਰਾ ਪਤਾ ਹੈ, ਸਰੀਰ ਦੀ ਬਿਲਕੁਲ ਸੋਝੀ ਹੈ, ਸੰਸਾਰਿਕ ਤੌਰ 'ਤੇ ਜੋ ਕੁਝ ਕਰਦੇ ਹਾਂ ਯਾਦ ਵੀ ਰਹਿੰਦਾ ਹੈ, ਉਹਦੇ ਨਾਲ ਲਗਾਤਾਰ ਚੱਲਦੇ ਵੀ ਹਾਂ, ਪਰ ਇਸ ਸਾਰੇ ਨੂੰ ਚਲਾਉਣ ਵਾਲੀ ਜਿਹੜੀ ਪ੍ਰਮੁੱਖ ਸ਼ਕਤੀ ਹੈ ਉਹਦਾ ਹੀ ਸਾਨੂੰ ਨਹੀਂ ਪਤਾ ਲੱਗਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਭਗਤੀ ਦੇ ਨਾਲ ਬੰਦੇ ਦੀ ਸਾਰੀ ਹੋਂਦ ਛੁੱਟ ਜਾਂਦੀ ਹੈ, ਫਿਰ ਉਹਨੂੰ ਕੋਈ ਪੁੱਛਦਾ ਹੈ ਕਿ ਤੂੰ ਕਰ ਰਿਹਾ, ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਮੈਂ ਕਰ ਰਿਹਾ ਕਿ ਨਹੀਂ ਕਰ ਰਿਹਾ। ਇਸ ਕਰਕੇ ਬਾਣੀ ਵਿੱਚ ਵਾਕ ਆਉਂਦੇ ਹਨ ਕਿ ਭਗਤ ਕਬੀਰ ਸਾਹਿਬ ਜੀ ਦੇ ਵਾਕ ਹਨ ਕਿ ਉਹ ਤੇਰਾ ਤੇਰਾ ਕਿਉਂ ਗਾਉਂਦੇ ਹਨ। ਹੁਣ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਤੇਰਾ ਕਿਹਾ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਰਮਜ ਦੱਸੀ ਹੈ ਕਿ ਜੇ ਵਾਕਿਆ ਹੀ ਠੀਕ ਢੰਗ ਦੇ ਨਾਲ ਪ੍ਰਭੂ ਦੇ ਹੁਕਮ ਨੂੰ ਬੁੱਝਾਂਗੇ ਤਾਂ ਇਹੀ ਸਮਝ ਆਏਗਾ ਕਿ ਇਹ ਵਰਤਣ ਚੱਲ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਾਲ ਉਸਤਤ ਦੇ ਅੰਦਰ ਕਵਿੱਤ ਲਿਖੇ ਹਨ। ਬੜਾ ਕਮਾਲ ਦਾ ਜ਼ਿਕਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਸਤਿਗੁਰੂ ਸਾਹਿਬ ਜੀ ਨੇ ਕਿਹਾ, ਕਿਤੇ ਤੂੰ ਕਿਸੇ ਨੂੰ ਇਸੇ ਧਰਤੀ ਦੇ ਵਿੱਚੋਂ ਪਦਾਰਥ ਦੀ ਭਰਪੂਰਤਾ ਦੇ ਦਿੱਤੀ, ਕਿਸੇ ਨੂੰ ਇਸੇ ਧਰਤੀ 'ਤੇ ਰੱਖ ਕੇ ਪਦਾਰਥ ਦਾ ਇੱਕ ਕਿਣਕਾ ਵੀ ਨਹੀਂ ਦਿੱਤਾ, ਪਰ ਇਹਨਾਂ ਦੋਵਾਂ ਦਾ ਸੰਬੰਧ ਦਾਤਾ ਅਤੇ ਭਿਖਾਰੀ ਦੇ ਰੂਪ ਵਿੱਚ ਜੋੜ ਦਿੱਤਾ। ਕਿਆ ਆਸ਼ਚਰਜ ਖੇਲ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜੇ ਕੋਈ ਪੁੱਛੇ ਕਿ ਤੁਸੀਂ ਮਾਲਕ ਵਿੱਚ ਵਸ ਰਹੇ ਹੋ ਜਾਂ ਅਸੀਂ ਮਾਲਕ ਵਿੱਚ ਵਸ ਰਹੇ ਹਾਂ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਗੱਲ ਬੁੱਝਣ ਦੇ ਵਿੱਚ ਨਹੀਂ ਆਏਗੀ, ਕਿਉਂਕਿ ਜੀਓ ਪੀਓ ਬੂਝੋ ਨਹੀਂ। ਇਹ ਤਾਂ ਪਹਿਲਾਂ ਡਾਊਟ ਸੀ ਕਿ ਅਸੀਂ ਪ੍ਰਭੂ ਤੋਂ ਵੱਖਰੇ ਹਾਂ ਜਾਂ ਸਾਡੀ ਕੋਈ ਵੱਖਰੀ ਹੋਂਦ ਹੈ, ਪਰ ਜਿਉਂ-ਜਿਉਂ ਹਉਮੈ ਮਿਟਦੀ ਗਈ, ਪ੍ਰਭੂ ਦਾ ਰੂਪ ਹੁੰਦੇ ਗਏ, ਅਤੇ ਹੁਣ ਉਹਦੇ ਵਿੱਚ ਜਰਾ ਜਿੰਨਾ ਵੀ ਭੇਦ ਨਹੀਂ ਹੈ। ਕਿਸੇ ਤਰੀਕੇ ਨਾਲ ਜਣਾਇਆ ਨਹੀਂ ਜਾ ਸਕਦਾ ਭੇਦ, ਕਿਉਂਕਿ ਇਹਦੇ ਵਿੱਚ ਇੱਕ ਹੋਰ ਵੀ ਨੁਕਤਾ ਹੈ। ਅਸੀਂ ਅੱਜ ਜੀਵਨ 'ਚ ਕਰਮ ਕਰਦੇ ਹਾਂ ਨਾ, ਚਾਹੇ ਭਗਤੀ ਕਰਮ ਵੀ ਕਰੀਏ ਅੱਜ ਦੇ ਜਿਵੇਂ ਸਾਡੀ ਅਵਸਥਾ ਹੈ, ਸਾਨੂੰ ਖਿਆਲ ਰਹਿੰਦਾ ਹੈ ਕਿ ਅਸੀਂ ਬਾਣੀ ਪੜ੍ਹੀ, ਅਸੀਂ ਸਤ ਸੰਗਤ ਵਿੱਚ ਗਏ, ਜਾਂ ਅਸੀਂ ਗਿਆਨ ਦੀ ਵਿਚਾਰ ਕਰ ਰਹੇ ਹਾਂ, ਸਾਨੂੰ ਇਹ ਖਿਆਲ ਰਹਿੰਦਾ ਹੈ ਸਾਡੀ ਬੁੱਧੀ ਦੇ ਵਿੱਚ। ਪਰ ਜਿਸ ਦਿਨ ਇਸ ਤਰ੍ਹਾਂ ਦੀ ਬਿਲਕੁਲ ਪ੍ਰਭੂ ਦੇ ਨਾਲ ਅਭੇਦ ਹੋਣ ਦੀ ਅਵਸਥਾ ਵਾਪਰਦੀ ਹੈ, ਉਸ ਦਿਨ ਇਸ ਗੱਲ ਦਾ ਮਨੁੱਖ ਨੂੰ ਖਿਆਲ ਵੀ ਨਹੀਂ ਰਹਿੰਦਾ। ਇਸ ਗੱਲ ਦਾ ਉਹਨੂੰ ਖਿਆਲ ਵੀ ਰਹਿੰਦਾ ਕਿ ਮੈਂ ਕਰਨ ਵਾਲਾ ਹਾਂ। ਆਪਣੇ ਕਰਨ ਦੀ ਹਰਤੀ ਨੂੰ, ਅਸਤੀ ਨੂੰ ਬਿਲਕੁਲ ਬਾਹਰ ਕੱਢ ਲੈਂਦਾ। ਔਰ ਦੂਜੀ ਗੱਲ, ਜਿਹੜੇ ਆਪਣੇ ਪ੍ਰੇਅ ਦੇ ਚਰਨਾਂ ਵਿੱਚ ਵਸ ਰਹੇ ਹੁੰਦੇ ਹਨ, ਉਹਨਾਂ ਦੇ ਜੀਵਨ ਦੀ ਪ੍ਰਤੀਤ ਕੀ ਹੁੰਦੀ ਹੈ,
ਇਸ ਕਰਕੇ ਉਦਾਹਰਨ ਦੇ ਤੌਰ 'ਤੇ ਜਿਵੇਂ ਪ੍ਰਿਯ ਪ੍ਰੀਤਮ ਹੁੰਦੇ ਹਨ, ਤਾਂ ਜਿਹਦੇ ਨਾਲ ਨੇਹੋ ਹੋਵੇ ਹਰ ਤਰਫ ਉਹਦੇ ਤਰਫ ਹੀ ਧਿਆਨ ਲੱਗਾ ਰਹਿੰਦਾ ਹੈ। ਇਸ ਕਰਕੇ ਜਿਹੜੇ ਪ੍ਰਭੂ ਪ੍ਰੀਤ ਵਿੱਚ ਢਲ ਗਏ ਹਨ, ਉਹ ਜਗਤ ਨੂੰ ਰੱਦ ਨਹੀਂ ਕਰਦੇ। ਉਹ ਜਗਤ ਦੀ ਹਰ ਕਿਰਿਆ ਦਾ, ਹਰ ਰੂਪ ਦਾ, ਹਰ ਢੰਗ ਦਾ ਅਦਬ ਕਰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਇਹ ਉਸ ਸੱਚੇ ਸਿਰਜਣਹਾਰ ਤੋਂ ਬਣਿਆ ਹੋਇਆ ਹੈ। ਇਸ ਕਰਕੇ ਉਹ ਸਾਰੀ ਸ੍ਰਿਸ਼ਟ ਦੇ ਵਿੱਚ ਮਾਲਕ ਦੇ ਅਚਰਜ ਕੌਤਕ ਨੂੰ ਨਿਹਾਰਦੇ ਰਹਿੰਦੇ ਹਨ ਅਤੇ ਆਪ ਕੇਵਲ ਦ੍ਰਸ਼ਟਾ ਹੋ ਕੇ ਵਿਚਰਦੇ ਹਨ। ਦ੍ਰਸ਼ਟਾ ਦਾ ਭਾਵ ਇਹ ਹੈ ਕਿ ਆਪਣੀ ਕਰਨੀ ਦੀ ਪ੍ਰਮੁੱਖਤਾ ਨਹੀਂ ਰੱਖਦੇ। ਉਹ ਕਹਿੰਦੇ ਕਰਾਉਣ ਵਾਲਾ ਹੋਰ, ਅਸੀਂ ਕੇਵਲ ਵਸੀਲੇ ਮਾਤਰ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਓ ਪੀਓ ਬੂਝੋ ਨਹੀਂ। ਇਹਦੇ ਵਿੱਚ ਭੇਦ ਨਹੀਂ ਕੀਤਾ ਜਾ ਸਕਦਾ। ਭੇਦ ਜੇ ਕਰਨ ਦੀ ਕੋਈ ਗੁੰਜਾਇਸ਼ ਨਹੀਂ ਬਚਦੀ। ਭੇਦ ਤਾਂ ਮਨੁੱਖ ਆਪ ਕਰਦਾ ਹੈ। ਆਪ ਕਰਨ ਦਾ ਮਤਲਬ ਹੈ ਕਿ ਉਹਨੂੰ ਜਿਉਂ-ਜਿਉਂ ਆਪਣੇ ਸਰੀਰਕ ਬਲ ਦਾ, ਆਪਣੀਆਂ ਅੰਦਰੂਨੀ ਸਮਰੱਥਾਵਾਂ ਦਾ ਬੋਧ ਹੁੰਦਾ ਹੈ, ਉਵੇਂ-ਉਵੇਂ ਸਮਝਦਾ ਮੈਂ ਵੱਡਾ ਹਾਂ। ਪਰ ਬਾਅਦ ਦੇ ਵਿੱਚ ਜਿਉਂ-ਜਿਉਂ ਭਗਤੀ ਕਰਮ ਵਿੱਚ ਢਲਦਾ ਹੈ, ਫਿਰ ਉਹਨੂੰ ਸਮਝ ਆਉਂਦਾ ਕਿ ਮੈਂ ਕੁਝ ਨਹੀਂ ਹਾਂ, ਮੈਂ ਤਾਂ ਕੇਵਲ ਉਸ ਜਿਹੜੀ ਪਰਮ ਸ਼ਕਤੀ ਸਾਰੇ ਜਗਤ ਨੂੰ ਚਲਾ ਰਹੀ ਹੈ, ਉਹਦਾ ਕੇਵਲ ਇੱਕ ਵਸੀਲਾ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਓ ਪੀਓ ਬੂਝੋ ਨਹੀਂ। ਉਸ ਮਾਲਕ ਨੇ ਆਪਣੇ ਤੋਂ ਪੈਦਾ ਕੀਤਾ ਅਤੇ ਜਦੋਂ ਮਾਇਆ ਦੇ ਪ੍ਰਪੰਚ ਵਿੱਚ ਭਰਮਾਰਿਆ ਸੀ, ਉਦੋਂ ਆਪਣੇ ਆਪ ਨੂੰ ਪ੍ਰਭੂ ਦੇ ਰੂਪ ਸਮਾਨ ਸਮਝ ਰਹੇ ਸਾਂ। ਪਰ ਜਿੱਦਣ ਉਹਨੇ ਮਾਇਆ ਦੇ ਪ੍ਰਪੰਚ ਦਾ ਅਗਿਆਨ ਹਟਾ ਦਿੱਤਾ, ਸਾਰਾ ਕੁਝ ਹੀ ਅਕਾਲ ਪੁਰਖ ਰੂਪ ਨਜ਼ਰ ਆਇਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਗੱਲ ਦੀ ਗੁੰਜਾਇਸ਼ ਹੀ ਨਹੀਂ ਕਿ ਅਸੀਂ ਪ੍ਰਭੂ ਤੋਂ ਭਿੰਨ ਹਾਂ ਜਾਂ ਉਹ ਸਾਡੇ ਤੋਂ ਭਿੰਨ ਹੈ। ਇਸ ਕਰਕੇ ਇਹ ਜੀਵ ਅਤੇ ਅਕਾਲ ਪੁਰਖ ਦੀ ਭਿੰਨਤਾ ਕੇਵਲ ਇਵੇਂ ਦੀ ਹੈ ਜਿਵੇਂ ਸੋਨਾ ਤਾਂ ਸੋਨੇ ਦੇ ਗਹਿਣੇ, ਮਿੱਟੀ ਤੇ ਮਿੱਟੀ ਤੋਂ ਬਣੇ ਹੋਏ ਬਰਤਨ, ਜਲ ਅਤੇ ਜਲ ਤੋਂ ਬਣੀ ਹੋਈ ਬਰਫ਼। ਸਿਰਫ ਇੰਨਾ ਕੀ ਭੇਦ ਹੈ ਜੀਵ ਅਤੇ ਅਕਾਲ ਪੁਰਖ ਦਾ। ਪਰ ਵੱਡੀ ਗੱਲ ਹੈ ਇਹੀ ਭੇਦ ਮਨੁੱਖ ਕੋ ਸਾਰੀ ਜ਼ਿੰਦਗੀ ਸੋਲਵ ਨਹੀਂ ਹੁੰਦਾ। ਉਹ ਕਦੇ ਵੀ ਆਪਣੀ ਹਸਤੀ ਨੂੰ ਪੂਰੇ ਸਮਰਪਣ ਵਿੱਚ ਨਹੀਂ ਪਾਉਂਦਾ। ਹਰ ਵਕਤ ਆਪਣੀ ਇੱਕ ਬੜੀ ਸੂਖਮ ਕਿਸਮ ਦੀ ਮੈਂ ਨੂੰ ਬਚਾ ਕੇ ਆਪਣੇ ਜੀਵਨ ਵਿੱਚ ਸਾਰੇ ਕੰਮਾਂ ਨੂੰ ਸਰ ਅੰਜਾਮ ਤੱਕ ਪਹੁੰਚਾਉਂਦਾ ਹੈ ਅਤੇ ਪ੍ਰਭੂ ਦੀ ਵਿਆਪਕਤਾ ਜਿਹੜੀ ਜਗਤ ਵਿੱਚ ਚੱਲ ਰਹੀ। ਹੁਣ ਇਸ ਗੱਲ ਦਾ ਥੋੜ੍ਹਾ ਮੈਂ ਇੱਕ ਦ੍ਰਿਸ਼ਟਾਂਤ ਆਪਦੇ ਸਨਮੁਖ ਰੱਖਦਾ, ਸਾਨੂੰ ਸਮਝ ਆ ਜਾਏ ਕਿ ਸਾਡਾ ਜੀਵਨ ਵਾਕਿਆ ਹੀ ਪ੍ਰਭੂ ਦੇ ਨੇਮ 'ਚ ਕਿਵੇਂ ਚੱਲ ਰਿਹਾ। ਉਦਾਹਰਨ ਦੇ ਤੌਰ 'ਤੇ ਸਰੀਰ ਬਣਿਆ। ਸਰੀਰ ਸਾਡੇ ਯਤਨ ਨਾਲ ਨਹੀਂ ਬਣਿਆ ਅਤੇ ਨਾ ਹੀ ਮਾਤਾ ਪਿਤਾ ਦੇ ਯਤਨ ਨਾਲ ਬਣਿਆ। ਇਹ ਵੀ ਗੱਲ ਯਾਦ ਰੱਖਣਾ। ਮਾਤਾ ਕੇਵਲ ਉਸ ਕਿਰਿਆ ਨੂੰ ਅੰਜਾਮ ਦਿੰਦੇ ਨੇ। ਉਸ ਕਿਰਿਆ ਨੇ ਅੱਗੇ ਪੂਰੀ ਹੋਣਾ ਕਿ ਨਹੀਂ ਹੋਣਾ, ਇਹ ਪ੍ਰਭੂ ਦੇ ਹੁਕਮ ਵਿੱਚ ਹੈ। ਹੁਣ ਸਰੀਰ ਬਣ ਗਿਆ। ਸਰੀਰ ਪੈਦਾ ਹੋਇਆ ਸੀ ਛੋਟਾ, ਵਿਕਸਿਤ, ਬਾਣੀ ਦਾ ਗਿਆਨ ਵੀ ਨਹੀਂ ਸੀ, ਭਾਸ਼ਾ ਦਾ ਵੀ ਗਿਆਨ ਨਹੀਂ ਸੀ, ਅਹਿਸਾਸ ਦਾ ਗਿਆਨ ਵੀ ਨਹੀਂ ਸੀ। ਇਹ ਸਾਰਾ ਕੁਝ ਡਿਵੈਲਪ ਹੋ ਕੇ ਅੱਜ ਸਾਡੇ ਜੀਵਨ ਵਿੱਚ ਬੁੱਧੀ ਵੀ ਰੌਸ਼ਨ ਹੈ, ਅਹਿਸਾਸ ਵੀ ਦੀਰਘ ਨੇ, ਬੜਾ ਕੁਝ ਹੈ। ਉਸ ਤੋਂ ਅੱਗੇ ਜਿਹੜੀ ਪ੍ਰਾਣ ਹੈ, ਪ੍ਰਾਣ ਲੈਣ ਦੀ ਕਿਰਿਆ ਸਾਡੀ ਅਮੋਲਕ ਚੱਲ ਰਹੀ ਹੈ। ਸਾਨੂੰ ਇਹਦੇ ਲਈ ਕੋਈ ਯਤਨ ਨਹੀਂ ਕਰਨਾ ਪੈਂਦਾ। ਜਿਹੜੀ ਪ੍ਰਾਣ ਦੇ ਲਈ ਸਾਨੂੰ ਤੱਤ ਦੀ ਜ਼ਰੂਰਤ ਹੈ, ਉਹ ਕੁਦਰਤ ਵਿੱਚ ਪਹਿਲਾਂ ਹੀ ਵਿਆਪਕ ਹੈ। ਇਸ ਸ੍ਰਿਸ਼ਟੀ ਦੇ ਵਿੱਚੋਂ ਅਨਾਜ ਦੀ ਲੋੜ ਸੀ, ਪਹਿਲਾਂ ਵਿਆਪਕ, ਅਸੀਂ ਕੇਵਲ ਯਤਨ ਕੀਤਾ। ਇਸੇ ਤਰ੍ਹਾਂ ਜਦੋਂ ਇੰਨਾ ਕੁਝ ਦੇਖੋ ਕਿ ਜੀਵਨ ਦੇ ਵਿੱਚ ਅਸੀਂ ਕਿਹੜਾ ਕੁਝ ਵੱਡਾ ਕਰ ਰਹੇ ਹਾਂ, ਤਾਂ ਸਾਰਾ ਕੁਝ ਪਹਿਲਾਂ ਵਿਆਪਕ ਹੈ। ਇਹਨੂੰ ਕੇਵਲ ਇਵੇਂ ਕਹਿ ਲਓ ਕਿ ਇਹਨੂੰ ਸਾਨੂੰ ਤਾਣ ਬਖਸ਼ਿਆ ਅਤੇ ਅਸੀਂ ਇਹਨਾਂ ਚੀਜ਼ਾਂ ਨੂੰ ਕਿਰਿਆਸ਼ੀਲ ਕਰ ਦਿੰਦੇ ਹਾਂ। ਅਤੇ ਕਿਰਿਆਸ਼ੀਲ ਤੋਂ ਬਾਅਦ ਜਿਹੜਾ ਸਾਨੂੰ ਕੁਝ ਪ੍ਰਾਪਤ ਹੁੰਦਾ, ਫਲ ਭਾਵ, ਉਹਨੂੰ ਅਸੀਂ ਆਪਣਾ ਮੰਨਣ ਲੱਗ ਪੈਂਦੇ ਹਾਂ ਅਤੇ ਸਾਡੀ ਹਉਮੈ ਖੜੀ ਹੋਣੀ ਸ਼ੁਰੂ ਹੋ ਜਾਂਦੀ ਹੈ। ਪਰ ਜਿਉਂ-ਜਿਉਂ ਇਹਨਾਂ ਚੀਜ਼ਾਂ ਦੇ ਭਾਵ ਨੂੰ ਮੁੜ ਸਮਝਦੇ ਹਾਂ ਤਾਂ ਫਿਰ ਸਮਝਦੇ ਹਾਂ ਕਿ ਕਿਸੇ ਪ੍ਰਕਾਰ ਵੀ ਨਹੀਂ, ਅਸੀਂ ਤਾਂ ਕੇਵਲ ਇੱਕ ਕਾਰਨ ਮਾਤਰ ਹਾਂ, ਜਿਹੜਾ ਹੈ ਕਾਰਜ ਮਾਤਰ ਹਾਂ, ਕਰਨ ਵਾਲਾ ਤਾਂ ਕੋਈ ਹੋਰ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੀਓ ਪੀਓ ਬੂਝੋ ਨਹੀਂ। ਸਾਡੇ ਅਤੇ ਪ੍ਰਭੂ ਵਿੱਚ ਕੋਈ ਭਿੰਨ ਭੇਦ ਨਹੀਂ ਹੈ। ਔਰ ਇਹਦੇ ਵਿੱਚ ਇੱਕ ਹੋਰ ਵੀ ਅਵਸਥਾ ਹੈ। ਇਹਦੇ ਵਿੱਚ ਜੀਵ ਦੇ ਸ਼ੁੱਧ ਹੋਣ ਦੀ ਅਵਸਥਾ ਹੈ ਕਿ ਜਦੋਂ ਉਹਨੇ ਸਮੁੱਚੇ ਜੀਵਨ ਦਾ ਤਾਣ, ਸਮੁੱਚੇ ਜੀਵਨ ਦੀ ਸਮਰੱਥਾ ਪ੍ਰਭੂ ਦੀ ਹੀ ਜਾਣ ਲਈ ਆਪਣੇ ਆਪ ਨੂੰ ਨਹੀਂ ਜਣਾਇਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਹੁਣ ਉਦਾਹਰਨ ਦੇ ਤੌਰ 'ਤੇ ਗੁਰਬਾਣੀ ਦੇ ਵਿੱਚ ਸੁਹਾਗਣ ਦਾ ਬੜਾ ਜ਼ਿਕਰ ਹੈ। ਉਹਦਾ ਕਾਰਨ ਕੀ ਹੈ? ਸੁਹਾਗਣ ਆਕਾਰ ਕਰਕੇ, ਰੂਪ ਕਰਕੇ ਆਪਣੇ ਪ੍ਰੀਤਮ ਤੋਂ, ਕੰਤ ਤੋਂ ਭਿੰਨ ਹੈ। ਮਤਲਬ ਜੇ ਇਹਨਾਂ ਨੇਤਰਾਂ ਨਾਲ ਦੇਖੀਏ ਤਾਂ ਦੋ ਨਜ਼ਰ ਆਉਂਦੇ ਹਨ, ਪਰ ਜਿਹੜਾ ਉਹਦੇ ਜੀਵਨ ਦੇ ਵਿੱਚ ਆਪਣੇ ਕੰਤ ਪ੍ਰਤੀ ਪੂਰਾ ਸਮਰਪਣ ਹੈ,
ਜਾਂ ਉਹਨੂੰ ਆਪਣੀ ਜਿਹੜੀ ਉਹਦੀ ਸੁਰਤ ਦੇ ਵਿੱਚ ਕੰਤ ਦਾ ਖਿਆਲ ਕੇਵਲ ਇੱਕੋ ਦਾ ਵਸਿਆ ਹੋਇਆ ਹੈ, ਜਾਂ ਆਪਣੇ ਜੀਵਨ ਦੇ ਲਈ ਜੋ ਕੁਝ ਕਰਨ ਹੱਦ ਦੀ ਗੁਜ਼ਰਨ ਵਾਲੀ ਹੱਦ ਹੈ ਉਹ ਕੇਵਲ ਉਹਨੇ ਇੱਕੋ ਨਾਲ ਜੋੜੀ ਹੋਈ ਹੈ। ਇਹ ਇੱਕੋ ਗੱਲ ਦੱਸਦੀ ਹੈ ਕਿ ਭਾਵੇਂ ਉਹਨੇ ਆਕਾਰ ਉਹਦੇ ਤੋਂ ਭਿੰਨ ਰੱਖਿਆ ਹੋਇਆ ਹੈ, ਰੂਪ ਰੰਗ ਉਹਦਾ ਭਿੰਨ ਹੈ, ਪਰ ਜਿਹੜਾ ਉਹਦੇ ਅੰਦਰ ਸਮਰਪਣ, ਉਹਦੇ ਲਈ ਵੱਡਾ ਪ੍ਰੇਮ ਦਾ ਸਿਲਾ ਪਿਆ ਹੋਇਆ ਹੈ ਅਤੇ ਉਹਦੇ ਦੁਆਰਾ ਕਿਸੇ ਹੋਰ ਦਾ ਖਿਆਲ ਵੀ ਨਹੀਂ ਪੈਦਾ ਹੁੰਦਾ, ਤਾਂ ਇਹ ਉਹਦੇ ਅੰਦਰ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਉਹ ਆਪਣੇ ਕੰਤ ਦੇ ਨਾਲ ਬਿਲਕੁਲ ਅਭੇਦ ਹੈ। ਬਾਬਾ ਫਰੀਦ ਸਾਹਿਬ ਜੀ ਕਿੰਨਾ ਉਚਾਈ ਭਰਿਆ ਵਾਕ ਆਖਦੇ ਹਨ। ਬਾਬਾ ਫਰੀਦ ਸਾਹਿਬ ਜੀ ਦੇ ਵਾਕ ਹਨ, ਬਾਬਾ ਫਰੀਦ ਸਾਹਿਬ ਜੀ ਦੇ ਵਾਕ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਝਾਕ ਨਾ ਹੋਰ, ਕਿ ਜਿਹਦੀ ਸੁਰਤ ਦੇ ਖਿਆਲ ਵਿੱਚ ਵੀ ਕਿਸੇ ਦੂਸਰੇ ਦਾ ਖਿਆਲ ਨਾ ਆਵੇ। ਇੰਨਾ ਜ਼ਿਆਦਾ ਗੁਰਮੁਖ ਧਰਤੀ 'ਤੇ ਉਚਾਈ ਭਰਿਆ ਜੀਵਨ ਜਿਉਂਦਾ ਹੈ ਕਿ ਉਹ ਸ਼ੁੱਧਤਾ ਦੇ ਵਿੱਚ ਕਿਸੇ ਦੂਜੇ ਦੀ ਸ਼ਕਤੀਵਾਨ ਹੋਣ ਦਾ, ਸਰਵ ਸਮਰੱਥ ਹੋਣ ਦਾ ਖਿਆਲ ਆਉਂਦਾ ਹੀ ਨਹੀਂ, ਭਾਵੇਂ ਸੰਸਾਰ 50 ਗੱਲਾਂ ਕਰੇ। ਹੁਣ ਸਿੱਖ ਦੀ ਸੁਰਤ ਕਿੱਡੀ ਵੱਡੀ ਹੈ, ਭਾਵੇਂ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਭਰਮਾਉਣ ਵਾਲੇ 22 ਪੈਦਾ ਹੋ ਗਏ, ਪਰ ਸਿੱਖ ਕੋਲੋਂ ਵੀ ਇੱਕ ਵਿਵੇਕੀ ਸੁਰਤ ਹੈ। ਉਹਨੇ ਜਾਣਿਆ ਕਿ ਸਤਿਗੁਰੂ ਮੇਰੇ ਅੰਤਰ ਦੀ ਜਾਣਨ ਵਾਲਾ ਹੈ, ਅਤੇ ਜਿਨਨੇ ਅੰਤਰ ਦੀ ਜਾਣ ਕੇ ਮੇਰੇ ਸਾਹਮਣੇ ਪ੍ਰਗਟਾ ਕਰ ਦਿੱਤਾ ਉਹ ਪੂਰਨ ਹੋਵੇਗਾ। ਉਹ ਦੋ ਰੱਖਦੇ ਗਏ ਮੋਹਰਾਂ, ਕਿਸੇ ਨੇ ਨਹੀਂ ਬੋਲਿਆ, ਕਿਉਂਕਿ ਅੰਤਰਜਾਮੀ ਨਹੀਂ ਹਨ, ਉਹ ਤਾਂ ਆਪਣੇ ਆਪ ਦੀ ਵੀ ਨਹੀਂ ਜਾਣਦੇ। ਜਦ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਨਮੁਖ ਉਹ ਆਪਣੀ ਭੇਟ ਕੀਤੀ ਉਹੀ 2-5 ਮੋਹਰਾਂ, ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਮੱਖਣ ਸ਼ਾਹ ਲੁਬਾਣਾ, ਅਕਾਲ ਪੁਰਖ ਦੇ ਸਨਮੁਖ ਸਾਡੇ ਸਰੂਪ ਨੂੰ ਆਰਾਧਦਿਆਂ ਇੰਜ ਦੀ ਬਿਨੈ ਤੇ ਨਹੀਂ ਸੀ ਕੀਤੀ। ਇਸ ਕਰਕੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਘੱਟ ਮਹਿ ਜੀਓ ਕਿ ਪੀਓ। ਹੁਣ ਮਨੁੱਖ ਕਹੇਗਾ ਸੁਹਾਗਣ ਅਤੇ ਕੰਤ ਨੂੰ ਤੁਸੀਂ ਤਾਂ ਭਿੰਨ ਭੰਨੋ, ਇੱਕ ਕਿਵੇਂ ਹੋ? ਇੱਕ ਦਾ ਭਾਵ ਇਹ ਹੈ ਕਿ ਸਾਡੇ ਜੀਵਨ ਦਾ ਸਮਰਪਣ ਕਿਸੇ ਨੁਕਤੇ 'ਤੇ ਆ ਕੇ ਬਿਲਕੁਲ ਜੁੜਿਆ ਹੋਇਆ ਹੈ। ਉਂਝ ਕਿਹਾ ਜਾਏਗਾ ਕਿ ਗੁਰੂ ਅਤੇ ਸਿੱਖ ਤਾਂ ਭਿੰਨ ਭਿੰਨ ਨਜ਼ਰ ਆਉਂਦੇ ਨੇ, ਪਰ ਪਤਾ ਲੱਗੇਗਾ ਜਦੋਂ ਭਾਈ ਮਾਨ ਜੀ ਵਰਗੇ, ਭਾਈ ਮਨੀ ਸਿੰਘ ਜੀ ਵਰਗੇ ਹੋਰ ਬੇਅੰਤ ਗੁਰੂ ਕੇ ਸਿੱਖ, ਜਿਨ੍ਹਾਂ ਦਾ ਸਮੁੱਚਾ ਜੀਵਨ ਗੁਰੂ, ਇੱਕ ਇੱਕ ਕਤਰਾ ਵੀ ਗੁਰੂ ਤੋਂ ਕੁਰਬਾਨ ਹੈ। ਇਹਦਾ ਭਾਵ ਉਹ ਗੁਰੂ ਦੇ ਰੂਪ ਵਿੱਚ ਹੀ ਵਸੇ ਹਨ, ਅਤੇ ਗੁਰੂ ਫਿਰ ਉਹਨਾਂ ਦੇ ਇੱਕ ਰੂਪ ਨੂੰ ਭਿੰਨਤਾ ਦੇ ਦਿੰਦਾ ਹੈ, ਅਤੇ ਫਿਰ ਉਸ ਭਿੰਨਤਾ ਦੀ ਵਡਿਆਈ ਪ੍ਰਗਟ ਕਰਦਾ, ਪਰ ਵਡਿਆਈ ਉਹਦੀ ਖੁਦ ਦੀ ਹੁੰਦੀ ਹੈ। ਇਸੇ ਤਰ੍ਹਾਂ ਅਕਾਲ ਪੁਰਖ ਸ੍ਰਿਸ਼ਟੀ ਦਾ ਇੱਕ ਨੇਮ ਰਚਦਾ ਹੈ, ਆਪਣੇ ਤੋਂ ਰਚ ਕੇ ਆਪਣੇ ਹੋਣ ਦੀ ਜਿਹੜੀ ਹੈ ਤਾਣ ਉਹਦੇ ਵਿੱਚ ਪਾ ਕੇ ਅਤੇ ਅਚਰਜ ਕੌਤਕ ਰਚਦਾ ਹੈ। ਅਤੇ ਜਗਤ ਵਿੱਚ ਜੇ ਕੋਈ ਉਹਦੀ ਸ਼ੁੱਧਤਾ ਨੂੰ ਕਮਾ ਲਵੇ, ਸ਼ੁੱਧਤਾ ਦਾ ਭਾਵ ਜੇ ਕੋਈ ਇਹ ਸਮਝ ਕੇ ਚੱਲ ਕੇ ਸਾਰਾ ਕੁਝ ਪ੍ਰਭੂ ਰੂਪ ਹੈ, ਤਾਂ ਫਿਰ ਉਹਦੀ ਵਡਿਆਈ ਸਦੀਵੀ ਹੋ ਜਾਂਦੀ ਹੈ। ਜੇ ਕੋਈ ਸਮਝੇ ਮੇਰਾ, ਤਾਂ ਫਿਰ ਉਹਦੀ ਵਡਿਆਈ ਛੋਟੀ ਰਹਿ ਜਾਂਦੀ ਹੈ, ਅਤੇ ਉਹ ਧਰਤੀ ਦਾ ਸੀਮਤ ਜਿਹਾ ਬੰਦਾ ਬਣ ਕੇ ਰਹਿ ਜਾਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਘੱਟ ਮਹਿ ਜੀਓ ਕਿ ਪੀਓ, ਕਿਉਂਕਿ ਸਾਡੇ ਪ੍ਰਾਣਾਂ ਦਾ ਆਧਾਰ ਕੋਈ ਹੋਰ ਹੈ, ਸਾਡੇ ਜੀਵਨ ਦਾ ਆਤਮ ਆਧਾਰ ਕੋਈ ਹੋਰ ਹੈ, ਸਾਡੇ ਰਿਜ਼ਕ ਦਾ ਆਧਾਰ ਉਹਦੀ ਬਣਾਈ ਹੋਈ ਸ੍ਰਿਸ਼ਟ ਹੈ, ਸਾਡੇ ਸੰਬੰਧਾਂ ਦਾ ਜਿਹੜਾ ਅਹਿਸਾਸ ਹੈ ਪ੍ਰੇਮ ਭਰਿਆ, ਉਹ ਅਕਾਲ ਪੁਰਖ ਦੁਆਰਾ ਸਿਰਜਿਤ ਕੀਤਾ ਹੋਇਆ ਹੈ। ਜਿਸ ਬੁੱਧੀ ਦੇ ਤਾਣ ਨਾਲ ਅਸੀਂ ਇਤਨੇ ਦਾਅਵੇ ਕਰਦੇ ਹਾਂ, ਇਹ ਬੁੱਧੀ ਦਾ ਤਾਣ ਵੀ ਉਹਦਾ ਹੈ, ਤਾਂ ਫਿਰ ਜੀਵਨ ਦੇ ਵਿੱਚ ਐਸਾ ਕੀ ਬਚਦਾ ਹੈ ਜਿਹਨੂੰ ਅਸੀਂ ਮੇਰੇ ਨਾਲ ਸੰਬੋਧਿਤ ਕਰ ਸਕੀਏ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਦੇ ਵਾਕ ਹਨ, ਤੇਰਾ ਤੁਝ ਕਉ ਸੌ ਪਤੇ। ਉਹਦਾ ਭਾਵ ਹੈ ਕਿ ਅਸੀਂ ਗੁਸਤਾਖੀ ਕਰਦੇ ਰਹੇ। ਹੁਣ ਉਦਾਹਰਨ ਦੇ ਤੌਰ 'ਤੇ ਦੇਖੋ, ਸਾਨੂੰ ਕੋਈ ਇਨਸਾਨ ਆਪਣੀ ਕੋਈ ਧਨ ਵਾਲੀ ਰਾਸ਼ੀ ਕੋਈ ਜਿਤਨੀ ਵੀ ਹੋਵੇ, ਉਹ ਕਹਿ ਦੇਵੇ ਜੀ ਮੈਂ ਮਹੀਨੇ ਬਾਅਦ, ਸਾਲ ਬਾਅਦ ਵਾਪਸ ਆਉਣਾ, ਉਤਨਾ ਚਿਰ ਸੰਭਾਲ ਕੇ ਰੱਖਿਓ। ਅਸੀਂ ਉਤਨਾ ਸਮਾਂ ਤਾਂ ਕੁਝ ਨਹੀਂ ਕਰਦੇ, ਮਤਲਬ ਜਿੰਨਾ ਸਮਾਂ ਉਹ ਕਹਿ ਕੇ ਗਿਆ ਹੁੰਦਾ, ਉਸ ਤੋਂ ਬਾਅਦ ਵੀ ਨਹੀਂ ਕਰਦੇ। ਸਾਨੂੰ ਪਤਾ ਹੈ ਕਿ ਸਾਡੇ ਕੋਲ ਕੇਵਲ ਰੱਖ ਕੇ ਗਿਆ ਹੈ, ਅਸੀਂ ਇਹਦੇ ਮਾਲਕ ਨਹੀਂ ਹਾਂ। ਜਿਵੇਂ ਬੈਂਕ ਦੇ ਵਿੱਚ ਬੈਠਾ ਹੋਇਆ ਕੈਸ਼ੀਅਰ ਕਰੋੜਾਂ ਰੁਪਈਏ ਰੋਜ਼ਾਨਾ ਗਿਣਦਾ, ਪਰ ਉਹ ਕਦੀ ਇਸ ਭਰਮ 'ਚ ਨਹੀਂ ਰਹਿੰਦਾ ਇਹ ਮੇਰੇ ਨੇ। ਪ੍ਰਭੂ ਦੀਆਂ ਅਸੀਮ ਦਾਤਾਂ ਨੂੰ ਮਾਣਦਿਆਂ, ਉਹਦੇ ਪਰਮ ਸਰੂਪ ਦੇ ਜਲਾਓ ਨੂੰ ਮਾਣਦਿਆਂ ਸਾਨੂੰ ਇਹ ਭੁਲੇਖਾ ਪੈ ਜਾਂਦਾ ਹੈ ਸਾਡਾ ਆਪਣਾ ਹੈ। ਅਤੇ ਫਿਰ ਸੁਖਮਨੀ ਸਾਹਿਬ ਦੀ ਬਾਣੀ ਨੇ ਸਾਡਾ ਭਰਮ ਨਿਵਰਤ ਕੀਤਾ ਹੈ, ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ। ਆਪਸ ਕਉ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ। ਧਨ ਭੂਮਿਕਾ ਜੋ ਕਰੈ ਗੁਬਾਨ ਸੋ ਮੂਰਖ ਅੰਧਾ ਅਗਿਆਨ। ਕਿ ਅੱਜ ਪ੍ਰਭੂ ਦੇ ਸਰੂਪ ਨੂੰ ਨਹੀਂ ਪਛਾਣ ਕਰ ਰਹੇ, ਕੋਈ ਗੱਲ ਨਹੀਂ,
ਆਪਣੀ ਹਰ ਜਗ੍ਹਾ ਹਉਮੈ ਦਾ ਪ੍ਰਗਟਾ ਕਰ ਰਹੇ ਹੋ, ਪਰ ਕਾਲ ਦਾ ਨੇਮ ਐਸਾ ਅਟੱਲ ਚੱਲ ਰਿਹਾ ਹੈ ਕਿ ਇਹਨਾਂ ਸਾਰੀਆਂ ਹਸਤੀਆਂ ਨੂੰ ਖਾਕ ਵਿੱਚ ਮਿਲਾ ਕੇ ਮਗਰ ਜਿਹੜਾ ਬਚੇਗਾ ਉਹ ਫਿਰ ਪ੍ਰਭੂ ਦਾ ਜ਼ਿਕਰ ਹੀ ਬਚੇਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਭੇਦ ਨਹੀਂ ਜੀਓ ਕਿ ਪੀਓ। ਇਸ ਗੱਲ ਦਾ ਭੇਦ ਨਹੀਂ ਕੀਤਾ ਜਾ ਸਕਦਾ ਕਿ ਅਕਾਲ ਪੁਰਖ ਸਾਡੇ ਵਿੱਚ ਵਸ ਰਿਹਾ ਜਾਂ ਅਸੀਂ ਅਕਾਲ ਪੁਰਖ ਵਿੱਚ ਵਸ ਰਹੇ ਹਾਂ। ਜਦੋਂ ਜੀਵ ਨੂੰ ਪੂਰਨ ਪਛਾਣ ਹੋ ਜਾਂਦੀ ਹੈ, ਫਿਰ ਇਹ ਪ੍ਰਭੂ ਸਰੂਪ ਹੀ ਹੋ ਜਾਂਦਾ ਹੈ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੀ। ਅਗਲੇ ਸ਼ਲੋਕ ਅੰਦਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਬਾਮਨ ਗੁਰੂ ਹੈ ਜਗਤ ਕਾ। ਖਿਆਲ ਹੋਵੇ ਆਪ ਜੀ ਨੂੰ ਕਿ ਜਦੋਂ ਤੱਕ ਭਾਰਤ ਦੀ ਜਿਤਨੀ ਅਧਿਆਤਮਿਕਤਾ ਹੈ ਜਾਂ ਧਾਰਮਿਕਤਾ ਹੈ, ਇਹਦੀ ਬੜੇ ਸਮੇਂ ਤੱਕ ਜਿਹੜੀ ਪ੍ਰਮੁੱਖਤਾ ਸੀ ਜਾਂ ਇਹਦੇ ਚਲਾਉਣ ਦੀ ਜਾਂ ਇਹਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਦਾ ਜਿਹੜਾ ਅਧਿਕਾਰ ਸੀ, ਉਹ ਕੇਵਲ ਬ੍ਰਾਹਮਣ ਕੋਲ ਸੀ। ਕਿਉਂਕਿ 4 ਵਰਣ ਬਣੇ ਹੋਏ ਸਨ। 4 ਵਰਨਾਂ ਦੇ ਅੰਤਰਗਤ ਧਰਮ ਦੀ ਵਿੱਦਿਆ ਪੜ੍ਹਨੀ ਅਤੇ ਪੜ੍ਹਾਉਣੀ ਅਤੇ ਉਹਦੇ ਬਾਰੇ ਸਮਝਾਉਣਾ, ਇਹ ਅਧਿਕਾਰ ਕੇਵਲ ਬ੍ਰਾਹਮਣ ਕੋਲ ਸੀ। ਇਸ ਕਰਕੇ ਅਤੇ ਉਹ ਫਿਰ ਦੱਸਦਾ ਸੀ ਕਿ ਤੁਸੀਂ ਇੰਝ ਸਾਧਨਾ ਕਰੋ। ਫਿਰ ਉਹ ਅੱਗੇ ਉਹਨੇ ਵਰਣ ਬਣਾਏ ਸਨ, ਜਿਹੜਾ ਖੱਤਰੀ, ਵੈਸ਼ ਅਤੇ ਸ਼ੂਦਰ, ਇਹਨਾਂ ਨੂੰ ਵੀ ਲਗਭਗ ਅਧਿਕਾਰ ਨਹੀਂ ਸੀ ਕਿਸੇ ਅਧਿਆਤਮਿਕ ਮਾਰਗ ਦੀ ਤਰਫ ਚੱਲਣ ਦਾ। ਭਾਵ ਕਿ ਜੇ ਸਰਲ ਕਹਿਣਾ ਹੋਵੇ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਦੇ ਵਿੱਚ ਇਸ ਤਰ੍ਹਾਂ ਦਾ ਅਭਿਆਸ ਸੀ ਕਿ ਜਿਵੇਂ ਅੱਜ ਜਿਤਨੇ ਵੀ ਲੋਕ ਹਨ, ਜਿਵੇਂ ਵੱਖੋ ਵੱਖ ਜੋ ਵੀ ਜਾਤਾਂ ਪਾਤਾਂ ਦੇ ਨਾਲ ਸੰਬੰਧ ਰੱਖਦੇ ਨੇ, ਚਾਹੇ ਉਹ ਕੋਈ ਵੀ ਸਨ, ਉਹ ਇੰਝ ਆ ਕੇ ਧਰਮ ਗ੍ਰੰਥ ਨਹੀਂ ਪੜ੍ਹ ਸਕਦੇ ਸਨ, ਨਾ ਹੀ ਕਥਾ ਵਿਚਾਰ ਸੁਣ ਸਕਦੇ ਸਨ। ਮਤਲਬ ਉਹਨਾਂ ਦਾ ਜੀਵਨ ਨੂੰ ਬੜਾ ਕਾਰਨਰ ਕੀਤਾ ਹੋਇਆ ਸੀ। ਫਿਰ ਦੂਜੀ ਗੱਲ, ਜਿਹੜੇ ਵੀ ਧਰਮ ਦੇ ਕਰਮ ਕੀਤੇ ਜਾਂਦੇ ਸਨ, ਬਣਾਇਆ ਹੋਇਆ ਸੀ ਕਿ ਅਗਰ ਬ੍ਰਾਹਮਣ ਦੀ ਰਹਿਨੁਮਾਈ ਹੇਠ ਕਰੋਗੇ ਤਾਂ ਸਫਲ ਹਨ। ਇਸ ਕਰਕੇ ਹੈਰਾਨ ਹੋਵੋਗੇ ਆਪ ਜੀ, ਜਦ ਕਦੇ ਜਦੋਂ ਇਸ ਤਰ੍ਹਾਂ ਦਾ ਪ੍ਰਭਾਵ ਸੀ, ਲੋਕ ਤੀਰਥ ਯਾਤਰਾ ਜਾਣਾ ਹੁੰਦਾ ਸੀ ਤਾਂ ਬ੍ਰਾਹਮਣ ਨੂੰ ਪੁੱਛ ਕੇ ਜਾਂਦੇ ਸਨ ਕਿ ਤੀਰਥ ਕਿਵੇਂ ਜਾਣਾ ਹੈ। ਉਹਦੇ ਜੀਵਨ ਦੀ ਕੋਈ ਵੀ ਰਸਮ ਸੀ, ਧਾਰਮਿਕ ਜਾਂ ਸਮਾਜਿਕ, ਉਹਦਾ ਸਾਰਾ ਕਰਤਾ ਧਰਤਾ ਬ੍ਰਾਹਮਣ ਹੁੰਦਾ ਸੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਸ ਗੱਲ ਦੇ ਵਿੱਚ ਬ੍ਰਾਹਮਣ ਸਮਝਦਾ ਕਿ ਮੇਰੀ ਸਿਰਮੌਰਤਾ ਹੈ, ਪਰ ਕਹਿੰਦੇ ਇਹ ਜਗਤ ਦਾ ਗੁਰੂ ਹੋ ਸਕਦਾ, ਕਿਉਂਕਿ ਜਗਤ ਨੂੰ ਧਰਮ ਹੋਰ ਤਰ੍ਹਾਂ ਸਮਝ ਆਉਂਦਾ। ਇਸ ਕਰਕੇ ਕਹਿੰਦੇ ਇਹਨੇ ਆਪਣੇ 4 ਵਰਣ ਘੜੇ ਨੇ, 4 ਵਰਣਾਂ ਦੇ ਨਾਲ ਇਹਨੇ ਜਗਤ ਨੂੰ ਆਪਣੇ ਕੰਟਰੋਲ ਕੀਤਾ ਹੋਇਆ। ਫਿਰ ਗਿਆਨ ਦਾ ਅਧਿਕਾਰ ਆਪਣੇ ਕੋਲ ਰੱਖਿਆ, ਇੱਥੋਂ ਤੱਕ ਕਿ ਜਿਵੇਂ ਵੇਦਾਂ ਦੀ ਵਿਆਖਿਆ ਦੇ ਲਈ ਬ੍ਰਾਹਮਣ ਆਪਣੀ ਪ੍ਰਮੁੱਖਤਾ ਦਿੰਦਾ ਹੈ। ਉਹ ਆਖਦਾ ਹੈ ਕਿ ਕਹਿੰਦਾ ਸ਼ਰੂਤੀ ਦੁਆਰਾ ਵੇਦ ਪਹਿਲਾਂ ਮੈਨੂੰ ਉਤਰੇ ਨੇ। ਮਤਲਬ ਵੇਦਾਂ ਦਾ ਜਿਹੜਾ ਗਿਆਨ ਉਤਰਨ ਦੀ ਕਿਰਿਆ ਹੈ, ਉਹਨੂੰ ਸ਼ਰੂਤੀ ਕਿਹਾ ਜਾਂਦਾ। ਕਹਿੰਦਾ ਵੇਦਾਂ ਦੇ ਪਹਿਲੇ ਵਾਕ ਮੈਂ ਸੁਣੇ ਨੇ, ਇਸ ਕਰਕੇ ਇਹਦੀ ਵਿਆਖਿਆ ਕਰਨ ਦਾ, ਇਹਦੀ ਪਾਠ ਕਰਨ ਦਾ ਹੱਕ ਮੈਨੂੰ ਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਜਿਹੜਾ ਤੀਰਥਾਂ ਦਾ ਕੰਸੈਪਟ ਘੜਿਆ, ਜਿਵੇਂ 68 ਤੀਰਥਾਂ ਬਾਰੇ ਇਹ ਬ੍ਰਾਹਮਣ ਨੇ ਘੜਿਆ। ਉਹਨੇ ਕਿਹਾ ਕਿ ਤੁਹਾਡੇ ਜੀਵਨ 'ਚ ਇਹਨਾਂ ਤੀਰਥਾਂ ਦੇ, ਫਿਰ ਜੱਗ ਆਦਿਕ ਦੇ ਵਿਧਾਨ ਘੜੇ, ਹੋਰ ਕਰਮਕਾਂਡੀ ਪੂਜਾ ਦੀਆਂ ਵਿਧੀਆਂ ਘੜੀਆਂ ਗਈਆਂ, ਇਸ ਕਰਕੇ ਕਿ ਉਹਦੀ ਜਿਹੜੀ ਹੈ ਪ੍ਰਮੁੱਖਤਾ ਬਣੀ ਰਹੇ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਗਤ ਨੂੰ ਜਿਵੇਂ ਦਾ ਜੀਵਨ ਚਾਹੀਦਾ ਧਾਰਮਿਕ, ਉਹਦੀ ਅਗਵਾਈ ਬ੍ਰਾਹਮਣ ਕਰ ਸਕਦਾ ਹੈ, ਪਰ ਭਗਤਨ ਕਾ ਗੁਰ ਨਾਹੀ। ਕਿਉਂਕਿ ਭਗਤ ਨੇ ਨਾ ਤਾਂ ਉਹਦੇ ਵਾਂਗ ਜਿਵੇਂ ਆਮ ਲੋਕ ਤੀਰਥ 'ਤੇ ਜਾਂਦੇ ਨੇ, ਨਾ ਤਾਂ ਭਗਤ ਨੇ ਉਂਝ ਤੀਰਥ 'ਤੇ ਜਾਣਾ, ਕਿਉਂਕਿ ਉਹਨੇ ਤਾਂ ਤੀਰਥ ਹੀ ਆਪਣੀ ਦੇਹ ਨੂੰ ਸਮਝਿਆ ਹੋਇਆ ਅਤੇ ਸੁਰਤ ਦੁਆਰਾ ਗਿਆਨ ਦਾ ਅਭਿਆਸ ਕਰਕੇ ਉਹ ਰੋਜ਼ਾਨਾ ਇਸ਼ਨਾਨ ਕਰਦਾ ਹੈ। ਉਹਨੇ ਨਾ ਕਿਸੇ ਬਾਹਰੀ ਕਿਸਮ ਦੀ ਪੂਜਾ ਕਰਨੀ ਹੈ, ਕਿਉਂਕਿ ਰਸਨਾ ਦੁਆਰਾ ਜਪ ਕਰਨਾ ਅਤੇ ਹਰ ਵੇਲੇ ਪ੍ਰਭੂ ਦੇ ਸ਼ੁਕਰਾਨੇ 'ਚ ਰਹਿ ਕੇ ਉਹਦੇ ਗੀਤ ਗਾਇਨ ਕਰਨੇ, ਇਹ ਉਸ ਭਗਤ ਦੀ ਪੂਜਾ ਆਰਤੀ ਹੋ ਜਾਂਦੀ ਹੈ। ਉਹਨੂੰ ਕਿਸੇ ਮੰਦਰ ਮਸਜਿਦ ਦੁਆਰੇ ਦੀ ਵੀ ਲੋੜ ਨਹੀਂ, ਕਿਉਂਕਿ ਉਹਨੇ ਕਾਇਆ ਨੂੰ ਹੀ ਹਰਿਮੰਦਰ ਜਾਣਿਆ ਹੋਇਆ ਅਤੇ ਇਹਦੇ ਅੰਦਰ ਪਵਨ ਦੇ ਵਾਜੇ ਵਿੱਚ ਪ੍ਰਭੂ ਦਾ ਗੀਤ ਪਾ ਕੇ ਉਹ ਸਦਾ ਕੀਰਤਨ ਅਤੇ ਪੰਚ ਸ਼ਬਦ ਦੀ ਧੁਨ ਨਾਲ ਝੂਮਦਾ ਰਹਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਗਤਨ ਕਾ ਗੁਰ ਨਾਹੀ। ਭਗਤਨ ਦਾ ਗੁਰੂ ਨਹੀਂ ਹੋ ਸਕਦਾ, ਕਿਉਂਕਿ ਭਗਤ ਇਹਦੇ ਪੈਟਰਨ ਦੇ ਵਿੱਚ ਆਉਂਦਾ ਹੀ ਨਹੀਂ, ਕਿਉਂਕਿ ਉਹਦੇ ਅੰਦਰ ਭਗਤੀ ਦੀ ਚਾਹਨਾ ਹੈ ਅਤੇ ਭਗਤੀ ਦੀ ਚਾਹਨਾ ਉਹ ਜਿੱਥੇ ਵੀ ਬੈਠਾ ਉਹਨੂੰ ਮੁਕੰਮਲ ਬਣਾ ਦਿੰਦੀ ਹੈ। ਕਹਿੰਦੇ ਇਹਦਾ ਜੀਵਨ ਕੀ ਹੈ, ਅਰਜ ਉਰਜ ਕੈ ਪਚ ਮੂਆ ਚਾਰਹੁ ਬੇਦਹੁ। ਮਾਏ ਤਾਂ ਵੱਧ ਤੋਂ ਵੱਧ ਵੇਦਾਂ ਦੇ ਝੜਗਿਆਂ ਦੇ ਵਿੱਚ ਪੈ ਕੇ ਜਾਂ ਉਹਨਾਂ ਬਾਰੇ ਸਹੀ ਗਲਤ ਨਿਰਣੇ ਕਰਾ ਕੇ ਗਿਆਨ ਦੀ ਉਲਝਣ ਵਿੱਚ ਪੈ ਸਕਦਾ ਹੈ।
ਹੋਰ ਭਗਤ ਦੇ ਜੀਵਨ ਦਾ ਨਿਸਤਾਰਾ ਨਹੀਂ ਕਰ ਸਕਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤਨ ਕਾ ਗੁਰ ਨਾਹਿ। ਬਾਣੀ 'ਚ ਆਨੰਦ ਸਾਹਿਬ ਦੀ ਬਾਣੀ 'ਚ ਵਾਕ ਪੜ੍ਹਦੇ ਹਾਂ, ਵੇਦਾ ਮਹਿ ਨਾਮ ਉੱਤਮ ਸੋ ਸੁਣੇ ਨਾਹੀ ਫਿਰਹਿ ਜਿਉ ਬੇਤਾਲਿਆ, ਕਿ ਵੇਦਾਂ ਦੇ ਵਿੱਚ ਕਿ ਬੜੀ ਉੱਤਮ ਗੱਲਾਂ ਆਖੀਆਂ ਹੋਈਆਂ ਨੇ। ਇਸ ਗੱਲ ਨੂੰ ਚੀਨਣ ਦੀ ਬਜਾਏ ਕੀ ਕਰਦਾ ਹੈ ਕਿ ਕੇਵਲ ਇਸ ਗੱਲ ਦੇ ਭਰਮ ਵਿੱਚ ਰਹਿੰਦਾ ਕਿ ਮੈਨੂੰ ਵੇਦਾਂ ਦੀ ਵਿਆਖਿਆ ਕਰਨੀ ਆਉਂਦੀ ਹੈ। ਅਤੇ ਔਰ ਦੂਜੀ ਗੱਲ, ਆਪ ਜੀ ਕਦੇ ਗੁਰੂ ਸਾਹਿਬਾਨਾਂ ਦੇ ਜੀਵਨ ਦਾ ਜ਼ਿਕਰ ਪੜ੍ਹੋ ਨਾ ਤਾਂ ਸਤਿਗੁਰੂ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਪਾਸ ਇੱਕ ਪੰਡਿਤ ਆਇਆ। ਉਹ ਆ ਕੇ ਕਹਿਣ ਲੱਗਾ, ਸਤਿਗੁਰੂ ਸਾਹਿਬ ਜੀ ਵੀ ਦੇਖੋ, ਨਾ ਤਾਂ ਤੁਸੀਂ ਆਪਣੇ ਸਿੱਖਾਂ ਨੂੰ ਤੀਰਥਾਂ ਦੀ ਯਾਤਰਾ ਲਈ ਕਹਿੰਦੇ ਹੋ, ਨਾ ਇਹਨਾਂ ਨੂੰ ਜਗ ਕਰਮ ਕਾਂਡ ਹਵਨ ਆਦਿਕ ਲਈ ਕਹਿੰਦੇ ਹੋ, ਨਾ ਤੁਸੀਂ ਇਹਨਾਂ ਦੇ ਵਿੱਚ ਆ ਵਰਣ ਦਾ ਹੀ ਭੇਦ ਰੱਖਿਆ ਹੋਇਆ, ਸਾਰੇ ਇੱਕੋ ਪੰਗਤ 'ਚ ਬੈਠ ਕੇ ਖਾਈ ਜਾਂਦੇ ਨੇ, ਫਿਰ ਤੁਹਾਡੇ ਸਿੱਖਾਂ ਦੀ ਮੁਕਤੀ ਕਿਵੇਂ ਹੋ ਜਾਏਗੀ? ਤਾਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਜਵਾਬ ਦਿੱਤਾ, ਕਿਸੇ ਸਿੱਖ ਨੂੰ ਸੱਦ ਕੇ ਉਹਦੇ ਕੋਲ ਜਵਾਬ ਦਿਵਾਇਆ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਮੰਨਦੇ ਹੋ ਕਿ ਈਸ਼ਵਰ ਇੱਕ ਹੈ। ਜੇ ਈਸ਼ਵਰ ਇੱਕ ਹੈ ਤਾਂ ਫਿਰ ਈਸ਼ਵਰ ਦੇ ਰਚੇ ਹੋਏ ਜੀਵਾਂ ਦੇ ਵਿੱਚ ਭਿੰਨਤਾ ਕਿਉਂ ਹੈ? ਤੁਹਾਨੂੰ ਤਾਂ ਈਸ਼ਵਰ ਇਸ ਨੁਕਤੇ ਤੋਂ ਹੀ ਨਹੀਂ ਸਮਝ ਆਉਂਦਾ ਕਿ ਉਹਦੀ ਖਲਕਤ ਦੇ ਵਿੱਚ ਹੀ ਭੇਦ ਕਰੀ ਜਾ ਰਹੇ ਹੋ। ਦੂਜਾ, ਇਸ ਸ੍ਰਿਸ਼ਟੀ ਦੇ ਵਿੱਚ ਜੋ ਸਕੂਨ ਤੀਰਥ ਇਸ਼ਨਾਨ ਦੇ ਨਾਲ ਪ੍ਰਾਪਤ ਹੈ, ਉਹ ਉਹਦੇ ਤੋਂ ਵੱਡਾ ਸਕੂਨ ਧਰਮ ਦੇ ਸਦਗੁਣਾਂ ਨੂੰ ਧਾਰਨ ਕਰਨ ਦੇ ਨਾਲ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਫਿਰ ਉਸ ਗੁਰੂ ਸਾਹਿਬ ਜੀ ਨੇ ਉਸ ਨੂੰ ਉੱਤਰ ਦਿੱਤਾ ਕਿ ਤੇਰੀ ਜਿਹੜੀ ਸਾਧਨਾ ਹੈ ਪੂਰਬਲੇ ਯੁੱਗਾਂ ਦੀ, ਔਰ ਇਹਦੇ ਵਿੱਚ ਤੇਰੀ ਆਪਣੀ ਹਸਤੀ ਸ਼ਾਮਲ ਹੈ। ਸਾਡੀ ਪ੍ਰੇਮਾ ਭਗਤੀ ਦੀ ਸੇਵਾ ਦੀ ਸ਼ਬਦ ਦੀ ਵਿਚਾਰ ਇਹ ਉੱਜਲ ਹੈ ਅਤੇ ਸਾਡੇ ਸਿੱਖਾਂ ਦੇ ਜੀਵਨ ਦਾ ਨਿਸਤਾਰਾ ਕਰੇਗੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਰਜ ਉਰਜ ਕੈ ਪਚ ਮੂਆ ਚਾਰੋ ਬੇਦਹੋ ਮਾਹੇ। ਕੇਵਲ ਇਹਨਾਂ ਦੇ ਝਗੜੇ ਵਿੱਚ ਰਹਿੰਦਾ ਹੈ, ਕਦੀ ਆਤਮ ਸੁਰਤ ਨੂੰ ਨਹੀਂ ਚੀਨਦਾ। ਇਸ ਗੱਲ ਨੂੰ ਸਮਝਣਾ ਚਾਹੀਦਾ, ਇਹ ਕੇਵਲ ਇੱਕ ਸੰਬੰਧ ਦੇ ਵਿੱਚ ਨਹੀਂ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜਿੰਨੇ ਵੀ ਧਰਮ ਦੇਖੋ ਨਾ, ਉਹਨਾਂ ਦੇ ਵਿੱਚ ਦੋ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ। ਭਗਤੀ ਵਾਲੇ ਬੰਦਿਆਂ ਦਾ ਅਤੇ ਗਿਆਨ ਵਾਲੇ ਬੰਦਿਆਂ ਦਾ ਵਿਰੋਧ ਹੈ, ਚਾਹੇ ਉਹ ਸਿੱਖ ਨੇ, ਚਾਹੇ ਇਸਲਾਮ ਹੈ, ਚਾਹੇ ਹਿੰਦੂ ਮਤ ਹੈ, ਚਾਹੇ ਕੋਈ ਮਤ ਹੈ। ਉਹਨਾਂ ਦੇ ਵਿੱਚ ਇੱਕ ਬੰਦੇ ਹਨ ਜਿਹੜੇ ਪਿਓਰ ਗਿਆਨ ਵਿੱਚ ਰਹਿਣ ਵਾਲੇ ਹਨ, ਪਰ ਪਿਓਰ ਗਿਆਨ ਵੀ ਨਹੀਂ ਹੋ ਸਕਦਾ, ਇਕੱਲਾ ਗਿਆਨ ਹੋ ਸਕਦਾ ਹੈ। ਪਰ ਦੂਜੇ ਪਾਸੇ ਭਗਤੀ ਵਾਲੇ ਬੰਦੇ ਹਨ ਜਿਹੜੇ ਨਿਰੋਲ ਭਗਤੀ ਨੂੰ ਪ੍ਰਮੁੱਖਤਾ ਦਿੰਦੇ ਹਨ। ਇਹਨਾਂ ਦੋਵਾਂ ਦਾ ਟਕਰਾਅ ਚੱਲਦਾ ਹੈ, ਸਾਡੇ ਪੰਥ 'ਚ ਵੀ ਚੱਲਦਾ ਹੈ। ਸਾਡੇ ਪੰਥ ਦੀ ਇੱਕ ਬੜਾ ਵੱਡਾ ਹਿੱਸਾ ਹੈ ਜਿਹੜਾ ਭਗਤੀ ਦੇ ਜਪ ਅਭਿਆਸ ਨੂੰ ਮੂਲੋਂ ਹੀ ਰੱਦ ਕਰਦਾ ਹੈ। ਇਸ ਕਰਕੇ ਉਹ ਕਹਿੰਦੇ ਨਾ, ਬਾਣੀ ਦੀ ਅਰਥ ਪ੍ਰਮੁੱਖਤਾ ਹੋਣੀ ਚਾਹੀਦੀ ਹੈ। ਬਾਣੀ ਦਾ ਜਪ ਅਭਿਆਸ ਤੱਕ ਪਾਠ ਵੀ ਨਹੀਂ ਹੋਣਾ ਚਾਹੀਦਾ, ਕੇਵਲ ਅਰਥ ਦੀ ਵਿਚਾਰ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਤਰਜਮਾਨੀ ਕਰਨ ਵਾਲੇ ਬਾਹਮਣ ਦੀ ਕੈਟਾਗਰੀ 'ਚ ਆਉਂਦੇ ਨੇ। ਦੂਜੇ ਪਾਸੇ ਭਗਤਨ ਕਾ ਗੁਰ ਨਾਹਿ, ਬਾਣੀ ਦੀ ਵਿਚਾਰ ਕਰਕੇ ਉਹਨੇ ਗੁਹਜ ਭੇਦਾਂ ਤੱਕ ਇਹਨਾਂ ਕੋ ਨਹੀਂ ਪਹੁੰਚਿਆ ਜਾਂਦਾ ਜਿੰਨਾ ਕੋਈ ਆਮ ਭਗਤੀ ਅਭਿਆਸ ਵਾਲਾ ਆਪਣੇ ਜਪ ਅਭਿਆਸ ਦੇ ਨਾਲ ਸ਼ਬਦ ਦੇ ਪ੍ਰਕਾਸ਼ ਤੱਕ ਪੁੱਜ ਜਾਂਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਚ ਮੂਆ ਦਾ ਭਾਵ ਬੜਾ ਆਪਣੇ ਆਪ ਨੂੰ ਕੱਸਦਾ ਰਿਹਾ, ਮੈਨੂੰ ਸਮਝ ਹੈ, ਪਰ ਜੀਵਨ ਦੇ ਵਿੱਚ ਅਨੁਭਵ ਨਹੀਂ ਬਣਿਆ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਰਜ ਉਰਜ ਕੈ ਪਚ ਮੂਆ ਚਾਰੋ ਬੇਦੋ ਹਮਾਏ, ਕਿ ਜੀਵਨ ਦੇ ਅਸਲ ਤੱਤ ਦੀ ਤਾਂ ਪਛਾਣ ਆਈ ਨਾ, ਕਿ ਜੀਵਨ ਜਿੱਥੇ ਬੈਠਾ ਉੱਥੇ ਕੰਪਲੀਟ ਹੈ। ਧਰਮ ਦੀ ਸਾਧਨਾ ਭਟਕਣ ਵਾਲੀ ਨਹੀਂ ਹੋਣੀ ਚਾਹੀਦੀ, ਧਰਮ ਦੀ ਸਾਧਨਾ ਬੰਦੇ ਨੂੰ ਸਮੇਟਣ ਵਾਲੀ ਹੋਣੀ ਚਾਹੀਦੀ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਗੱਲ ਦਾ ਥਾਟ ਇਹਨਾਂ ਕੋਲੋਂ ਨਹੀਂ ਬਣਿਆ, ਜਿਸ ਕਰਕੇ ਭਟਕ ਰਹੇ ਹਨ। ਪਰ ਭਗਤ ਆਪਣੇ ਜੀਵਨ ਦੀ ਸੰਪੂਰਨਤਾ ਵਿੱਚ ਹੈ। ਭਗਤ ਰਾਮਾਨੰਦ ਜੀ ਦੇ ਵਾਕ ਹਨ, ਉਹ ਖੁਦ ਬ੍ਰਾਹਮਣ ਨੇ, ਭਗਤ ਰਾਮਾਨੰਦ, ਔਰ ਭਗਤ ਕਬੀਰ ਸਾਹਿਬ ਜੀ ਦੇ ਅਧਿਆਤਮਿਕ ਗੁਰੂ ਵੀ ਮੰਨੇ ਜਾਂਦੇ ਹਨ। ਕੱਟੜ ਬ੍ਰਾਹਮਣ ਹੋਣ ਦੇ ਬਾਵਜੂਦ ਉਹਨਾਂ ਦਾ ਅਨੁਭਵ ਕੀ ਹੈ? ਕਤ ਜਾਈਏ ਰੇ ਘਰ ਲਾਗੋ ਰੰਗ, ਕਿ ਕਿਸੇ ਜਾਣ ਦੀ ਲੋੜ ਹੀ ਨਹੀਂ ਹੈ, ਕੰਪਲੀਟ ਹਾਂ। ਤਾਂ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਚਾਰੋ ਬੇਦੋ ਮਾਏ। ਭਗਤ ਦੀ ਤਰਜਮਾਨੀ ਨਹੀਂ ਕਰ ਸਕਦਾ, ਕਿਉਂ? ਕਿਉਂਕਿ ਭਗਤ ਨੂੰ ਭਗਤੀ ਦੇ ਨਾਲ ਪ੍ਰਭੂ ਦੀ ਸਮਰੱਥਾ ਦੇ ਬਰਾਬਰ ਹੋ ਜਾਂਦਾ ਹੈ। ਭਗਤ ਜਗਤ ਦੇ ਜੀਵਨ ਦੇ ਵਿੱਚ ਨਿਸ਼ਕਿਰਿਆ ਹੋ ਜਾਂਦਾ, ਇਸ ਕਰਕੇ ਉਹ ਪ੍ਰਭੂ ਨੂੰ ਸਿਰਮੌਰ ਮੰਨਦਾ ਹੈ, ਗਿਆਨ ਨੂੰ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਚਾਰੋ ਬੇਦੋ ਮਾਹੇ, ਕਿ ਭਗਤਾਂ ਦੀ ਸਾਡਾ ਗੁਰੂ ਨਹੀਂ ਹੋ ਸਕਦਾ, ਕਿਉਂਕਿ ਸਾਨੂੰ ਧਰਮ ਦੀ ਸਾਧਨਾ ਹੋਰ ਢੰਗ ਦੇ ਨਾਲ ਸਮਝ ਆਉਂਦੀ ਹੈ ਅਤੇ ਸਾਡਾ ਢੰਗ ਨਿਰਾਲਾ ਹੈ। ਇਸ ਕਰਕੇ ਭਗਤ ਨਾਮਦੇਵ ਜੀ ਨੇ ਬਾਣੀ 'ਚ ਕਿਹਾ ਨਾ ਕਿ ਨਾਮੇ ਸੋਈ ਸੇਵਿਆ ਜੇ ਦੇਹੁਰਾ ਨਾ,
ਮਸੀਤ। ਕਿ ਭਗਤ ਨਾਮਦੇਵ ਜੀ ਕਹਿੰਦੇ ਅਸੀਂ ਉਸ ਅਕਾਲ ਪੁਰਖ ਨੂੰ ਪੂਜਿਆ ਜਾਂ ਜਿਹੜਾ ਨਾ ਤਾਂ ਦੇਹਰੇ ਵਿੱਚ ਮੰਦਰ ਵਿੱਚ ਰਹਿੰਦਾ ਹੈ ਅਤੇ ਨਾ ਉਹ ਮਸੀਤ ਵਿੱਚ ਰਹਿੰਦਾ ਹੈ। ਉਹਦਾ ਪ੍ਰਕਾਸ਼ ਹਰੇਕ ਮਨੁੱਖੀ ਦਿਲ ਦੇ ਅੰਦਰ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ। ਹੁਣ ਜੀਵਨ ਦੀ ਇੱਕ ਭਗਤੀ ਅਧਿਆਤਮਕ ਅਵਸਥਾ ਬਾਰੇ, ਸਾਧਨਾ ਬਾਰੇ ਦੱਸਦੇ ਹਨ। ਹਰ ਹੈ ਖਾਂਡ, ਕਹਿੰਦੇ ਪ੍ਰਭੂ ਹੈ ਖੰਡ ਵਾਂਗ, ਪਰ ਰੇਤ ਮਹਿ ਬਿਖਰੀ, ਪਰ ਇਹ ਖੰਡ ਰੇਤ ਵਿੱਚ ਰਲ ਗਈ ਹੈ। ਹੁਣ ਹੱਥ ਨਾਲ ਨਹੀਂ ਚੁਣੀ ਜਾ ਸਕਦੀ। ਹੱਥ ਨਾਲ ਚੁਣਦਿਆਂ ਬੜਾ ਬ੍ਰਿਖਮ ਔਖਾ ਲੱਗੇਗਾ। ਕਹਿੰਦੇ ਫਿਰ ਹੱਲ ਕੀ ਬਚਦਾ ਹੈ? ਕਹਿ ਕਬੀਰ ਗੁਰ ਭਲੀ ਬੁਝਾਈ, ਕੀਤੀ ਹੋਏ ਕਹਿ ਖਾਏ। ਕਿ ਗੁਰੂ ਨੇ ਸੋਝੀ ਦੇ ਦਿੱਤੀ ਕਿ ਕੀੜੀ ਵਾਂਗ ਹੋ ਜਾ, ਅਤੇ ਫਿਰ ਉਹਦੇ ਵਿੱਚੋਂ ਖੰਡ ਨੂੰ ਚੁਣ ਕੇ ਵੱਖਰਾ ਕਰ ਲੈ। ਇਹਦਾ ਭਾਵ ਇਹ ਹੈ ਕਿ ਹੁਣ ਜਦੋਂ ਅਸੀਂ ਆਪਣੇ ਮਨੁੱਖਾ ਜੀਵਨ ਨੂੰ ਦੇਖਦੇ ਹਾਂ, ਮਨੁੱਖਾ ਜੀਵਨ ਨੂੰ ਦੇਖ ਕੇ ਅਸੀਂ ਨਿਰਭਉ ਹੋਣਾ ਚਾਹੁੰਦੇ ਹਾਂ, ਪਰ ਸਮਝ ਆਉਂਦੀ ਹੈ ਕਿ ਆਹ ਸਰੀਰ ਦਾ ਆਕਾਰ ਹੈ, ਇਹ ਬਿਨਸੇਗਾ। ਸਾਡਾ ਬਣਿਆ ਹੋਇਆ ਪਦਾਰਥ ਹੈ, ਇਹ ਬਿਨਸੇਗਾ। ਕਈ ਤਰ੍ਹਾਂ ਦੀਆਂ ਸੋਚਾਂ ਹੁੰਦੀਆਂ ਨੇ। ਫਿਰ ਕੀਟੀ ਦਾ ਮਤਲਬ ਇਹ ਹੈ ਕਿ ਸਮਝ ਲੈਣਾ ਕਿ ਜਿਹੜਾ ਸਾਡਾ ਆਤਮ ਸਰੂਪ ਹੈ ਉਹ ਤਾਂ ਇੰਨਾ ਬਾਰੀਕ ਹੈ ਕਿ ਉਹ ਕਿਸੇ ਪਕੜ ਦੇ ਵਿੱਚ ਨਹੀਂ, ਕਿਸੇ ਤੋਲ ਦੇ ਵਿੱਚ ਨਹੀਂ, ਕਿਸੇ ਆਕਾਰ ਵਿੱਚ ਨਹੀਂ ਆਉਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੀਤੀ ਹੋਏ ਕਹਿ ਖਾਏ। ਕੀਟੀ ਦਾ ਭਾਵ ਸਾਡੀ ਮੱਤ ਬੜੀ ਬਾਰੀਕ ਹੋ ਜਾਏ। ਇਸ ਕਰਕੇ ਜੇ ਧਰਮ ਦੇ ਵੱਡੇ ਅਨੁਭਵਾਂ ਦੀ ਸਮਝ ਲੈਣੀ ਹੈ ਤਾਂ ਆਪਣੀ ਮੱਤ ਨੂੰ ਬਾਰੀਕ ਕਰਨਾ ਪਏਗਾ, ਉਹਦੇ ਤੋਂ ਆਲੇ ਦੁਆਲੇ ਦੀ ਧੂੜ ਝਾੜਨੀ ਪਏਗੀ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਲੀ ਬੁਝਾਈ। ਭਲੀ ਬੁਝਾਈ ਦਾ ਭਾਵ ਕੀ ਹੈ ਕਿ ਧਰਮ ਦੇ ਅਭਿਆਸ ਦੀ ਸੋਝੀ ਲੈਣੀ ਹੈ ਤਾਂ ਆਪਣੇ ਆਪ ਨੂੰ ਬਾਰੀਕ ਕਰਨਾ ਸ਼ੁਰੂ ਕਰੋ। ਆਪਣੀ ਚਿੰਤਨ ਦੇ ਉੱਪਰ ਜ਼ੋਰ ਪਾਵੋ, ਉਹਦੇ ਵਿੱਚੋਂ ਦਵੈਤ ਦਵੈਸ਼ ਕੱਢੋ ਅਤੇ ਸਮਝੋ ਸਾਰੇ ਇੱਕੋ ਰੂਪ ਹਨ, ਸੂਖਮ ਰੂਪ ਦੇ ਨਾਲ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੀਟੀ ਹੋਏ ਕਹਿ ਖਾਏ। ਹੁਣ ਕੀਟੀ ਦਾ ਇੱਕ ਭਾਵ ਆਪਦੇ ਸਨਮੁਖ ਅਰਜ਼ ਕਰਦੇ ਹਾਂ। ਜੇ ਕਦੇ ਕੀੜੀ ਦਾ ਭਾਰ ਤੋਲਿਆ ਜਾਵੇ ਤਾਂ ਲਗਭਗ ਨਾਂ ਦੇ ਬਰਾਬਰ ਹੀ ਹੁੰਦਾ। ਕੀੜੀ ਦੇ ਆਕਾਰ ਦੀ ਚਰਚਾ ਕੀਤੀ ਜਾਵੇ ਤਾਂ ਉਹ ਨਾਂ ਦੇ ਮਾਤਰ ਹੀ ਹੁੰਦਾ। ਪਰ ਫਿਰ ਵੀ ਉਹਦੇ ਜੀਵਨ 'ਚ ਭਾਰ ਤੋਂ ਰਹਿਤ ਹੁੰਦਿਆਂ ਹੋਇਆਂ ਵੀ, ਆਕਾਰ ਹੁੰਦਿਆਂ ਹੋਇਆਂ ਵੀ ਸਾਰਾ ਕੁਝ ਕਰਦੀ, ਆਪਣੀ ਹੋਂਦ ਰੱਖਦੀ ਹੈ। ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਸਾਰੇ ਤਰ੍ਹਾਂ ਦੇ ਗੁਮਾਨ ਤਿਆਗ ਕੇ, ਸਾਰੇ ਤਰ੍ਹਾਂ ਦੀ ਆਪਣੀਆਂ ਵਸੀਲਿਆਂ ਦੀ ਹਉਮੈ ਤਿਆਗ ਕੇ ਅਤੇ ਕੇਵਲ ਪ੍ਰਭੂ ਦੇ ਰੂਪ ਅਨੁਸਾਰ ਉਸ ਨੂੰ ਸਮਝਦੇ ਹਾਂ ਤਾਂ ਇਸ ਜਗਤ ਵਿੱਚੋਂ ਆਪਣੀ ਇਸ ਗਿਆਨ ਦੇ ਅਭਿਆਸ ਨਾਲ ਆਪਣੀ ਆਤਮਾ ਦੇ ਸੂਖਮ ਤੋਂ ਸੂਖਮ ਰੂਪ ਨੂੰ ਪਛਾਣ ਲੈਂਦੇ ਹਾਂ। ਫਿਰ ਸਾਰੇ ਜਗਤ ਦੀ ਭਟਕਣਾ ਜਿਤਨੀ ਵੀ ਹੈ ਉਹ ਨਾਸ਼ ਹੋ ਜਾਂਦੀ ਹੈ ਅਤੇ ਸਾਨੂੰ ਸਾਡੇ ਹਿਰਦੇ ਅੰਦਰ ਪ੍ਰਭੂ ਦੇ ਪ੍ਰਕਾਸ਼ ਦਾ ਪਤਾ ਚੱਲ ਜਾਂਦਾ ਹੈ ਕਿ ਅਸਲ ਵਿੱਚ ਜੀਵਨ 'ਚ ਤਾਂ ਆਨੰਦ ਹੀ ਬੜਾ ਸੀ। ਹੁਣ ਉਦਾਹਰਨ ਦੇ ਤੌਰ 'ਤੇ ਕੀਤੀ ਹੋਏ ਕਹਿ ਖਾਏ ਦੀ ਸਾਧਨਾ ਕੀ? ਇਹਨਾਂ ਨੇਤਰਾਂ ਦੇ ਨਾਲ ਬੜਾ ਜ਼ਿਆਦਾ ਦੇਖਣ ਦੀ ਚਾਹਤ ਹੈ, ਨਾਲ ਮਲੀਨਤਾ ਵੀ ਹੈ, ਤਾਂ ਇਹ ਵਾਸਨਾ ਇਹਨਾਂ ਨੇਤਰਾਂ ਨੂੰ ਬੋਝਲ ਕਰ ਦੇਗੀ। ਪਰ ਇਹਨਾਂ ਨੇਤਰਾਂ ਦੇ ਅੰਦਰ ਸਾਰਿਆਂ ਨੂੰ ਪ੍ਰਭੂ ਦਾ ਇੱਕੋ ਰੂਪ ਦੇਖਣ ਦੀ ਚਾਹਤ ਪੈਦਾ ਹੋ ਗਈ ਤਾਂ ਇਹ ਨੇਤਰ ਜੀਵਨ ਦੀ ਪਵਿੱਤਰਤਾ ਦਾ ਘਰ ਬਣ ਜਾਣਗੇ ਅਤੇ ਜੀਵਨ ਨਿਰਭਾਰ ਹੋ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਨੇ ਕੀਟੀ ਹੋਏ ਕਹਿ ਖਾਏ। ਇਸ ਕਰਕੇ ਤਾਂ ਕਿ ਆਪਣੀ ਮੱਤ ਨੂੰ, ਆਪਣੀ ਸੁਰਤ ਨੂੰ ਇਤਨਾ ਬਾਰੀਕ ਕਰ ਲਓ ਕਿ ਜਿਹੜੇ ਧਰਮ ਦੇ ਜੀਵਨ ਦੇ ਮਹਾਭੇਦ ਹਨ ਉਹ ਬਾਰੀਕੀ ਦੇ ਨਾਲ ਸਮਝ ਆ ਜਾਣ। ਕਿਉਂਕਿ ਜਗਤ ਵਿੱਚ ਜਦੋਂ ਬੰਦਾ ਜਿਉਂਦਾ ਹੈ, ਉਹ ਧੰਦਿਆਂ ਦੇ ਵਿੱਚ ਆਉਂਦਾ ਹੈ ਤਾਂ ਉਹਨੂੰ ਲੱਗਦਾ ਇਹਦੇ ਵਿੱਚ ਤਾਂ ਕੋਈ ਰਸ ਹੀ ਨਹੀਂ ਹੈ। ਪਰਮ ਰਸ ਕਿੱਥੇ ਹੈ? ਫਿਰ ਗੁਰੂ ਸਾਹਿਬ ਜੀ ਕਹਿੰਦੇ ਪਰਮ ਰਸ ਇੰਜ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਬਾਰੀਕ ਹੋ ਕੇ ਮਿਲਦਾ ਹੈ। ਕਬੀਰ ਜੋ ਤੋਹਿ ਸਾਧ ਪਿਰਮ ਕੀ, ਸੀਸ ਕਾਟ ਕਰ ਗੋਏ। ਤਾਂ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਦੇ ਅੰਦਰ ਬਖਸ਼ਿਸ਼ ਕਰਦੇ ਹਨ ਕਿ ਜੇ ਤੈਨੂੰ ਪ੍ਰਭੂ ਮਾਰਗ 'ਤੇ ਚੱਲਣ ਦੀ ਚਾਹਤ ਹੈ, ਆਪਣਾ ਸੀਸ ਕੱਟ ਕੇ ਰੱਖ ਦੇ ਅਤੇ ਸੀਸ ਨੂੰ ਖਿੱਦੋ ਬਣਾ ਕੇ ਖੇਡਣਾ ਸ਼ੁਰੂ ਕਰ ਦੇ। ਜੋ ਹੁੰਦਾ ਹੈ ਹੋਈ ਜਾਵੇ, ਖੇਲਤ ਖੇਲਤ ਹਾਲ ਕਰ, ਜੋ ਕਿਛ ਹੋਏ ਤਾਂ ਹੋਏ। ਇੱਥੇ ਸੀਸ ਕੱਟਣ ਦਾ ਭਾਵ ਇਹ ਹੈ ਕਿ ਆਪਣੀ ਹਉਮੈ ਦਾ ਸੰਪੂਰਨ ਨਾਸ਼ ਕਰ ਲੈ ਅਤੇ ਉਹਨੂੰ ਕਿਸੇ ਤਰੀਕੇ ਨਾਲ ਵੀ ਆਪਣੀ ਹਸਤੀ ਨੂੰ ਨਾ ਜਣਾ। ਫਿਰ ਕੋਈ ਕੁਝ ਕਹਿ ਜਾਏ, ਜਿਵੇਂ ਸ਼ਲੋਕਾਂ ਦੇ ਅੰਤਰ ਜ਼ਿਕਰ ਆਉਂਦਾ ਹੈ, ਰੋੜਾ ਹੋਏ ਰਹੋ ਬਾਟ ਕਾ, ਕਿ ਰਸਤੇ ਵਿੱਚ ਰੋੜਾ ਬਣ ਗਿਆ। ਹੁਣ ਰੋੜਾ ਇਤਰਾਜ਼ ਥੋੜ੍ਹਾ ਕਰ ਸਕਦਾ, ਰਸਤੇ ਵਿੱਚ ਕਦੋਂ ਕਿੱਧਰੋਂ ਮਾਰ ਪਏ, ਕਦੇ ਕਿੱਧਰੋਂ ਪਏ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਪ੍ਰਭੂ ਦੇ ਪ੍ਰੇਮ ਮਾਰਗ 'ਤੇ ਚੱਲਣਾ ਹੈ ਤਾਂ ਆਪਣੀ ਹਉਮੈ ਦਾ ਸੰਪੂਰਨ ਨਾਸ਼ ਕਰ ਲੈ, ਆਪਣੀ ਹਸਤੀ ਨੂੰ ਪੂਰੀ ਤਰ੍ਹਾਂ ਮਨਫੀ ਕਰ ਲੈ। ਫਿਰ ਜੋ ਪ੍ਰਭੂ ਦੀ ਰਜ਼ਾ, ਉਹਦਾ ਹੁਕਮ ਜਾਂ ਸੰਸਾਰ ਦੇ ਤਲ ਤੋਂ ਜੋ ਕੁਝ ਵੀ ਵਾਪਰੇਗਾ ਉਹਨੂੰ ਉਵੇਂ ਹੀ ਪ੍ਰਵਾਨ ਕਰ।
ਪਰ ਆਪਣੀ ਹਉਮੈ ਨੂੰ ਨਾਸ਼ ਕਰਕੇ ਜਿਹੜੀ ਇੱਕ ਵੱਡੀ ਕਿਸਮ ਦੀ ਮਸਤੀ ਮਿਲਣੀ ਹੈ ਉਹਨੂੰ ਨਾ ਗਵਾ। ਜਾਂ ਬਾਣੀ 'ਚ ਸਰਲ ਪੜ੍ਹਦੇ ਹਾਂ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਕਿ ਜੇ ਗੁਰੂ ਸਿੱਖੀ ਦੇ ਮਾਰਗ ਨੂੰ ਧਾਰਨ ਕਰ ਲਿਆ, ਫਿਰ ਭਾਵੇਂ ਕਿੰਨੀਆਂ ਘੋਰ ਸੰਕਟ ਵਿਪਦਾਵਾਂ ਹੋਣ, ਜੀਵਨ ਦੇ ਵਿੱਚ ਆਪਣੇ ਭਰੋਸੇ ਤੋਂ, ਆਪਣੇ ਅਕੀਦੇ ਤੋਂ, ਆਪਣੇ ਪ੍ਰੇਮ ਦੀ ਉਚਾਈ ਤੋਂ ਡੋਲਣਾ ਨਹੀਂ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਗਤੀ ਦੇ ਨਾਲ ਐਸਾ ਯਤਨ ਕਰ, ਖੇਲਤ ਖੇਲਤ ਹਾਲ ਕਰ। ਕਿ ਪ੍ਰਭੂ ਦੇ ਰੂਪ ਹੋਣ ਦੇ ਲਈ ਜਿੰਨੀਆਂ ਵੀ ਉਹਦੀਆਂ ਕਠਿਨ ਪ੍ਰੀਖਿਆਵਾਂ ਨੇ, ਉਹਨਾਂ ਦੇ ਵਿੱਚੋਂ ਗੁਜ਼ਰ ਕੇ ਜੋ ਕੁਛ ਹੋਏ ਤਾਂ ਹੋਏ, ਜੋ ਮਰਜ਼ੀ ਹੋ ਜਾਏ, ਕੇਵਲ ਆਪਣਾ ਆਪ ਸਮਰਪਣ ਕਰਦੇ। ਗੁਰੂ ਸਾਹਿਬ ਜੀ ਦੇ ਸਨਮੁਖ ਭਾਈ ਦਇਆ ਸਿੰਘ ਜੀ ਜਦ ਪਹਿਲੀ ਵਾਰ ਪੰਜ ਪਿਆਰੇ ਸਾਹਿਬਾਨਾਂ ਵੇਲੇ ਆਏ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਤੁਹਾਨੂੰ ਇਹ ਪੂਰਾ ਪਤਾ ਹੈ ਕਿ ਜਦੋਂ ਤੁਸੀਂ ਸੀਸ ਭੇਟ ਕਰ ਦਿੱਤਾ ਹੈ ਤਾਂ ਇਹਦੇ ਤੋਂ ਬਾਅਦ ਕੀ ਹੋਵੇਗਾ। ਤਾਂ ਭਾਈ ਦਇਆ ਸਿੰਘ ਜੀ ਨੇ ਬੜੇ ਕਮਾਲ ਦੇ ਵਾਕ ਕਹਿਣ ਲੱਗੇ, ਸਤਿਗੁਰੂ ਸਾਹਿਬ ਜੀ, ਇਹ ਮੇਰਾ ਵਿਸ਼ਾ ਨਹੀਂ। ਮੇਰਾ ਵਿਸ਼ਾ ਕੇਵਲ ਇੰਨਾ ਹੈ ਕਿ ਮੈਂ ਤੁਹਾਡੇ ਸਨਮੁਖ ਆਪਣਾ ਵਾਕ ਆਖਿਆ ਕਿ ਇਹ ਤੁਹਾਡਾ ਹੈ, ਤੁਹਾਨੂੰ ਭੇਟ ਕਰਨ ਤੋਂ ਬਾਅਦ ਇਹ ਕੁਝ ਰਹਿ ਜਾਏ, ਕੱਟਿਆ ਜਾਏ, ਸਿਰ ਦੇ ਉੱਪਰ ਰਹਿ ਜਾਏ, ਇਹਦੇ ਉੱਪਰ ਬੜੇ ਵੱਡੇ ਮੁਕਟ ਸੱਜ ਜਾਣ, ਜੋ ਮਰਜ਼ੀ ਹੋ ਜੇ, ਮੇਰਾ ਇਹ ਵਿਸ਼ਾ ਨਹੀਂ। ਮੇਰਾ ਵਿਸ਼ਾ ਕੇਵਲ ਅਰਪਣ ਕਰਨ ਦਾ, ਉਹ ਮੈਂ ਕਰ ਚੁੱਕਾ ਹਾਂ। ਅਤੇ ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਖੇਲਤ ਖੇਲਤ ਹਾਲ ਕਰ। ਅਸੀਂ ਇੱਕ ਦਫਾ ਆਪਣੇ ਜੀਵਨ ਦਾ ਤਾਣ, ਸਾਰੀ ਸਮਰੱਥਾ ਗੁਰੂ ਨੂੰ ਅਰਪਣ ਕਰ ਦੇਣੀ ਹੈ, ਭਾਵ ਕਿ ਉਹਦੇ ਹੋ ਕੇ ਜਿਉਣਾ। ਫਿਰ ਜੀਵਨ 'ਚ ਦੁੱਖ ਮਿਲੇ, ਸੁੱਖ ਮਿਲੇ, ਆਨੰਦ ਮਿਲੇ, ਜੋ ਮਰਜ਼ੀ ਮਿਲੇ, ਇਸ ਸੰਬੰਧੀ ਸਾਡੀ ਕੋਈ ਸ਼ਿਕਾਇਤ ਨਹੀਂ ਹੋਣੀ ਚਾਹੀਦੀ। ਅਤੇ ਇਹ ਤਾਂ ਹੀ ਹੁੰਦੀ ਹੈ ਜੇ ਅੰਦਰੋਂ ਹਉਮੈ ਦਾ ਸੰਪੂਰਨ ਨਾਸ਼ ਹੋ ਜਾਏ ਅਤੇ ਮਨੁੱਖ ਸਾਰਾ ਕੁਝ ਉਸ ਪ੍ਰਭੂ ਦੇ ਤਾਣ ਨੂੰ ਸਮਝ ਕੇ ਹੀ ਜੀਵਨ ਬਤੀਤ ਕਰੇ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸਾਨੂੰ ਆਪਣੇ ਪ੍ਰਭੂ ਦੇ ਨਾਲ ਅਭਿੰਨ ਹੋਣ ਦੀ ਸੋਝੀ ਆ ਜਾਵੇ। ਅਸੀਂ ਧਰਮ ਦੀ ਸਾਧਨਾ ਨੂੰ ਭਗਤੀ ਦੇ ਨੁਕਤੇ ਤੋਂ ਨਿਭਾਉਣ ਦਾ ਯਤਨ ਕਰੀਏ। ਸਾਡੀ ਮਤ ਬੁੱਧ ਸੁਰਤ ਇਤਨੀ ਬਰੀਕ ਹੋਵੇ ਕਿ ਧਰਮ ਦੇ ਗਹਿਰੇ ਅਭਿਆਸ ਸਮਝਣ ਦੇ ਯੋਗ ਹੋ ਜਾਈਏ ਅਤੇ ਆਪਣੇ ਜੀਵਨ ਨੂੰ ਪ੍ਰਭੂ ਦੇ ਸੰਪੂਰਨ ਸਮਰਪਣ ਦੇ ਵਿੱਚ ਪਾ ਕੇ ਤੇਰਾ ਤੂੰ ਦੇ ਆਧਾਰ ਵਾਲਾ ਜੀਵਨ ਜਿਉਂ ਕੇ ਜੀਵਨ ਦੀ ਮਹਾ ਮਿਹਰਾਮਤ ਨੂੰ ਮਾਣੀਏ। ਜੀ ਸਤਿਗੁਰੂ ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸਤਿਗੁਰੂ ਮਿਹਰਾਮਤ ਕਰਨ। ਸ਼ਲੋਕਾਂ ਦਾ ਭਾਵ ਉਪਦੇਸ਼ ਸਾਰਿਆਂ ਦੇ ਹਿਰਦਿਆਂ ਅੰਦਰ ਵਸਦੇ ਜੀ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਆਪ ਜੀ ਦੇ ਸਨਮੁਖ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।